ਉਹ ਕੀ, ਇੱਕ ਪਖੰਡਵਾਦ ਚਲਾਇਆ ਹੋਇਆ ਬੜਭਾਗੂ ਨੇ, ਬੜਭਾਗੂ ਦੇ ਨਾਂ ਤੇ ਚੱਲਦਾ। ਇਹਨਾਂ ਨੇ ਝੂਠੀ ਕਹਾਣੀ ਫੈਲਾਤੀ। ਸੱਚ ਹੈ ਬਾਣੀ, ਯਾਦ ਰੱਖਿਓ, ਝੂਠੀਆਂ ਕਹਾਣੀਆਂ ਨਾ ਮੰਨਿਆ ਕਰੋ। ਕੀ ਕਹਾਣੀ ਫੈਲਾਤੀ? ਕਹਿੰਦੇ ਜੀ ਬੜਭਾਗ ਕੋਲੇ ਭੂਤਾਂ ਦਾ ਮਹਿਕਮਾ। ਲੈ ਦੇਖ ਲਾ, ਭੂਤਾਂ ਦੇ ਮਹਿਕਮੇ ਦਾ ਮੰਤਰੀ ਬਣ ਕੇ ਬਹਿ ਗਿਆ। ਕਹਿੰਦੇ ਬੜਭਾਗ ਮੰਤਰੀ ਆ ਭੂਤਾਂ ਦੇ ਮਹਿਕਮੇ ਦਾ। ਲੈ ਦੇਖ ਲਓ। ਤੇ ਫਿਰ ਗੱਲ ਕੀ ਫੈਲਾਈ? ਕਹਿੰਦੇ ਜੀ ਉਹ ਨਾਰਸਿਓ ਵੀਰ ਹੈ, ਉਹ ਬੜਭਾਗ ਦੇ ਹੁਕਮ ਚ ਚੱਲਦਾ ਹੈ। ਕਹਿੰਦੇ ਭੂਤ ਫੜ ਫੜ ਕੇ ਲਿਆਉਂਦਾ ਹੈ, ਕਹਿੰਦੇ ਭੂਤ ਫੜ ਕੇ ਲਿਆਉਂਦਾ, ਕਹਿੰਦੇ ਬੜਭਾਗ ਦੇ ਹੁਕਮ ਚ ਚੱਲਦਾ ਹੈ। ਇਹ ਬਿਲਕੁਲ ਝੂਠ ਹੈ। ਕੋਈ ਨਾਰਸਿਓ ਵੀਰ ਕਿਤੇ ਨਹੀਂ, ਕੋਈ ਨਾਰਸਿਓ ਕਿਤੋਂ ਭੂਤ ਫੜ ਕੇ ਨਹੀਂ ਲਿਆਉਂਦਾ, ਕਿਉਂਕਿ ਬਾਹਰ ਕਿਤੇ ਭੂਤ ਪ੍ਰੇਤ ਹੈ ਹੀ ਨਹੀਂ, ਫੜ ਕੇ ਕਿੱਥੋਂ ਲਿਆਊ? ਤੇ ਜੇ ਕਹਿੰਦੇ ਆ ਫੜ ਕੇ ਲਿਆਉਂਦਾ ਹੈ, ਜਿਹੜੇ ਕਹਿੰਦੇ ਆ ਉਹਨਾਂ ਨੂੰ 15 ਸਾਲ ਹੋ ਗਏ ਮੈਨੂੰ ਚੈਲੰਜ ਕਰਦੇ ਨੂੰ। ਇੱਥੇ ਤਾਂ ਮੈਂ ਦੀਵਾਨ ਹੁਣੀ ਆਇਆ ਲਾਉਣ, 15 ਸਾਲ ਹੋ ਗਏ ਮੈਨੂੰ ਚੌਂਕੀਦਾਰਾ ਕਰਦੇ ਨੂੰ ਗੁਰੂ ਘਰ ਦਾ। ਤਾਂ ਤੇ 15 ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਬੜਭਾਗੀਆਂ ਨੂੰ ਵੀ ਤੁਹਾਡੇ, ਜੇ ਤੁਸੀਂ ਕਹਿੰਦੇ ਹੋ ਹੈ ਤਾਂ ਝੂਠ ਇਹ, ਜੇ ਤੁਸੀਂ ਕਹਿੰਦੇ ਹੋ ਵੀ ਨਾਰਸੋਂ ਹੈਗਾ ਜੀ ਉਹ ਬੜਭਾਗ ਦੇ ਹੁਕਮ ਚੱਲਦਾ, ਭੂਤ ਫੜ ਕੇ ਲਿਆਉਂਦਾ ਹੈ, ਜਿੰਨੇ ਦੁਨੀਆ ਦੇ ਭੂਤ ਪ੍ਰੇਤ ਹੈ ਉਹ ਤੁਹਾਡੇ ਨਾਰਸੋਂ ਨੂੰ ਕਹਿ ਦੋ ਫੜ ਕੇ ਪੰਥਪ੍ਰੀਤ ਸਿੰਘ ਦੇ ਘਰੇ ਛੱਡਿਆ ਵੇ। ਇਹ ਬੜਭਾਗੂ ਮੇਰੇ ਘਰੇ 15 ਸਾਲਾਂ ਚ ਇੱਕ ਪ੍ਰੇਤ ਨਹੀਂ ਛੱਡ ਸਕੇ। ਬੋਲੋ ਸਤਨਾਮ। ਚੈਲੰਜ ਹੈ ਮੇਰਾ ਖੁੱਲਾ। ਜਾਂ ਫਿਰ ਇਦਾਂ ਕਰਨ, ਘਰੇ ਨਹੀਂ ਛੱਡਣੇ ਤਾਂ ਜਿੰਨੇ ਦੁਨੀਆ ਦੇ ਭੂਤ ਪ੍ਰੇਤ ਹੈ ਉਹ ਮੈਨੂੰ ਜੁੰਮੜ ਜਾਣ। ਜਿੰਨੇ ਦੁਨੀਆ ਦੇ ਭੂਤ ਪ੍ਰੇਤ ਹੈ ਮੈਨੂੰ ਜੁੰਮੜ ਜਾਣ। ਜਾਤੂ ਤਾਂ ਮੈਂ ਮਾਣ ਕੀ ਹੈ, ਬਣਨਾ ਪੈਂਦਾ ਗੁਰੂ ਦੇ, ਐਵੇਂ ਨਹੀਂ ਕੀਤਾ। ਕੱਲ ਸਮਝਿਆ ਸੀ ਨਾ, ਪਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਵਿਸ਼ਵਾਸ ਹੋਣਾ ਚਾਹੀਦਾ। ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ ਨੂੰ ਹੰਕਾਰ ਨਹੀਂ ਕਹਿੰਦੇ, ਮਿੰਨ ਕਰਨ ਨੂੰ ਨਿਮਰਤਾ ਨਹੀਂ ਕਹਿੰਦੇ। ਵਿਸ਼ਵਾਸ ਉਹਦੀਆਂ ਬਖਸ਼ਿਸ਼ਾਂ ਤੇ ਵਿਸ਼ਵਾਸ ਹੋਣਾ ਚਾਹੀਦਾ। ਸੈਲਫ ਕੌਨਫੀਡੈਂਸ ਸਮਝਦੇ ਹੋ ਨਾ, ਆਤਮ ਵਿਸ਼ਵਾਸ ਕਹ ਲੋ ਪੰਜਾਬੀ ਚ। ਸੋਚੋ ਜਰਾ, ਲੁੱਟ ਕੇ ਖਾ ਲਈ ਦੁਨੀਆ, ਪਤਾ ਨਹੀਂ ਕਿੰਨੇ ਚੇਲੇ ਚਾਟਣਿਆਂ ਨੇ, ਪਤਾ ਨਹੀਂ ਇੱਕ ਤਾਂ ਭਿੰਡਰ ਕਲਾਂ ਉਹ 12 ਸਾਲ ਦੀ ਲੜਕੀ ਮਾਰਤੀ, ਉਹ ਪਾਲੋ ਨਾਂ ਦੀ ਪਖੰਡਣ ਨੇ, ਹੋਰ ਕਈ ਥਾਂ ਦੀਆਂ ਖਬਰਾਂ ਨੇ। ਭੂਤ ਕੱਢਦੇ ਆ। ਇਸ ਕਰਕੇ ਬਚ ਜਾਓ, ਇਹ ਨਿਰਾ ਝੂਠ ਹੈ, ਯਾਦ ਰੱਖਿਓ। ਕੋਈ ਬੜਭਾਗ ਕਿਸੇ ਭੂਤਾਂ ਦੇ ਮਹਿਕਮੇ ਦਾ ਮੰਤਰੀ ਨਹੀਂ, ਕੋਈ ਨਾਰਸੋਂ ਕਿਤੇ ਨਹੀਂ, ਕੋਈ ਨਾਰਸੋਂ ਕਿਸੇ ਦਾ ਭੂਤ ਫੜ ਕੇ ਨਹੀਂ ਲਿਆਉਂਦਾ, ਇਹ ਯਾਦ ਰੱਖਿਓ। ਤੇ ਬੜਭਾਗ ਦਾ ਇਤਿਹਾਸ ਕੀ ਆ ਉਹ ਸੁਣ ਲਓ। ਨਿੰਦਾ ਹੁੰਦੀ ਹੈ ਜੀ ਕੋਲੋਂ ਗੱਲ ਬਣਾਉਣੀ, ਪਹਿਲਾਂ ਕਿਰਪਾ ਕਰਕੇ ਨਿੰਦਾ ਦੀ ਪਰਿਭਾਸ਼ਾ ਦੁਬਾਰੇ ਸੁਣ ਲਓ। ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਵਾਧੂ ਦੀ ਬਦਨਾਮੀ ਕਰਨ ਨੂੰ ਨਿੰਦਾ ਕਿਹਾ ਜਾਂਦਾ ਹੈ। ਇੰਨੇ ਲਫ਼ਜ਼ ਨਹੀਂ ਯਾਦ ਰਹਿਣ ਤਾਂ ਥੋੜਾ ਘੱਟ ਲਫ਼ਜ਼ਾਂ ਚ ਕਹਿੰਦੇ ਨਿੰਦਾ ਦੀ ਪਰਿਭਾਸ਼ਾ ਅਣਹੋਈ ਗੱਲ ਕਰਨੀ, ਵੀ ਗੱਲ ਹੈ ਨਹੀਂ ਕੋਲੋਂ ਬਣਾਤੀ। ਸੱਚੀ ਗੱਲ ਕਹਿਣੀ ਨਿੰਦਾ ਨਹੀਂ ਹੁੰਦੀ। ਹਾਂਜੀ, ਬੜਭਾਗ ਬਾਰੇ ਸੱਚ ਕੀ ਹੈ ਕਿ ਧੀਰਮਲ ਦੀ 5ਵੀਂ ਗੱਦੀ ਹੈ ਜਿਹੜਾ ਬੜਭਾਗ ਹੈ, ਧੀਰਮਲ ਦੀ 5ਵੀਂ ਗੱਦੀ। ਤੇ ਧੀਰਮਲ ਕੌਣ ਹੈ? ਜਿਹਨੇ 9ਵੇਂ ਪਾਤਸ਼ਾਹ ਤੇ 6ਵੇਂ ਮਸੰਦਰਾਂ ਹੀ ਗੋਲੀ ਚਲਵਾਈ, ਧੀਰਮਲ ਨੇ। ਫਿਰ ਸਰਕਾਰੀ ਸ਼ਹਿ ਤੇ ਗੁਰੂ ਘਰ ਦੇ ਬਰਾਬਰ ਗੱਦੀ ਚਲਾਈ, ਜਿਵੇਂ ਅੱਜ ਦੇ ਕੱਚੇ ਗੁਰੂਆਂ ਦੀਆਂ ਗੱਦੀਆਂ ਸਰਕਾਰੀ ਸ਼ਹਿ ਤੇ ਚੱਲਦੀਆਂ। ਏਦਾਂ ਧੀਰਮਲ ਨੇ ਵੀ ਉਸ ਵੇਲੇ ਗੁਰੂ ਘਰ ਦੇ ਬਰਾਬਰ ਗੱਦੀ ਚਲਾਈ ਸਰਕਾਰੀ ਸ਼ਹਿ ਤੇ ਧੀਰਮਲ ਨੇ। ਉਹ ਧੀਰਮਲੀਆਂ ਦੀ ਗੱਦੀ ਦਾ 5ਵਾਂ ਵਾਰਸ ਬੜਭਾਗ ਹੈ, ਭਾਵ ਕਿ ਬੜਭਾਗੀਆਂ ਦੀ ਗੱਦੀ 9ਵੇਂ ਪਾਤਸ਼ਾਹ ਤੇ ਗੋਲੀ ਚਲਾਉਣ ਵਾਲੇ ਧੀਰਮਲ ਦੀ 5ਵੀਂ ਗੱਦੀ ਹੈ। ਜਿਹਦੀ ਸ਼ਰਮ ਲਹੀ ਹੈ ਉਹ ਜਾਊਗਾ, ਦੂਜਾ ਨਹੀਂ ਜਾਂਦਾ। ਬੋਲੋ ਸਤਨਾਮ। ਇਹ ਤਾਂ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ। ਇਹ ਇਤਿਹਾਸਕ ਸੱਚ ਹੈ ਜੀ, ਨਿੰਦਾ ਨਾ ਕਹਿ ਦਿਓ, ਬਾਰ-ਬਾਰ ਕਹਿ ਦਿੱਤਾ ਜ਼ਬਾਨ ਬੰਦ ਰੱਖਿਓ। ਪਰ ਦੁਨੀਆ ਦੀ ਹਾਲਤ ਕੀ ਹੈ ਸੁਣਿਓ। ਬਣ ਜੀ ਕੀ ਲਿਖਿਆ, ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਕਈਆਂ ਤੋਂ ਨਾ ਸੱਚੀ ਅੰਮ੍ਰਿਤ ਕਥਾ ਨਹੀਂ ਸੁਣੀ ਜਾਂਦੀ। ਬਾਣੀ ਦਾ ਇੱਕ ਵਚਨ ਸੱਚੀ ਅੰਮ੍ਰਿਤ ਕਥਾ ਹੈ ਨਾ, ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਬਹੁਤੀ ਦੁਨੀਆ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗ ਕੇ ਸੱਚੀ ਗੱਲ ਕਰਨ ਵਾਲੇ ਨਾਲ ਝਗੜਾ ਕਰਦੀ ਹੈ। ਬੋਲੋ ਸਤਨਾਮ। ਦੇਖੋ ਬਾਣੀ ਦਾ ਫੈਸਲਾ। ਝੂਠੀਆਂ ਕਹਾਣੀਆਂ ਪਿੱਛੇ ਲੱਗ ਗਏ, ਝੂਠੀ ਕਹਾਣੀ ਫੈਲਾਤੀ, ਉਹ ਝੂਠੀ ਕਹਾਣੀ ਮੰਨ ਲਈ। ਇਸ ਕਰਕੇ ਯਾਦ ਰੱਖੋ ਜੀ, ਬੜਭਾਗ ਦੀ ਗੱਦੀ 9ਵੇਂ ਪਾਤਸ਼ਾਹ ਤੇ ਗੋਲੀ ਚਲਾਉਣ ਵਾਲੇ ਧੀਰਮਲੀਆਂ ਦੀ 5ਵੀਂ ਗੱਦੀ ਹੈ। ਹੁਣ ਇਦੋਂ ਬਾਅਦ ਨਾ ਜਾਇਓ। ਇੱਕ ਗੱਲ ਸਪਸ਼ਟ ਜੀ ਤੁਹਾਡੇ ਨਾਲ ਮੈਂ ਹੋਰ ਕਰ ਲਾਂ, ਤੁਸੀਂ ਮੈਨੂੰ ਜਵਾਬ ਦਿਓ ਇੱਕ ਪ੍ਰਸ਼ਨ ਦਾ। ਆ 5 ਕਕਾਰੀ ਬਾਣਾ ਕਿਹਨੇ ਦਿੱਤਾ? ਜਵਾਬ ਦੇ ਦਿਆ ਕਰੋ ਵੀ। ਬੋਲੋ ਸੰਗਤ ਤੇ ਕਿੰਨੇ ਬੈਠੇ ਹੋ?
ਪ੍ਰਸ਼ਨ ਕੋਈ ਔਖਾ ਤਾਂ ਨਹੀਂ, ਇਹ ਉੱਤਰ ਦਿਓ ਇਹਦਾ। ਆ ਕਿਹਨੇ ਦਿੱਤਾ 5 ਕਕਾਰੀ ਬਾਣਾ? ਹਾਂ, ਦਸਮੇਸ਼ ਪਿਤਾ ਜੀ ਨੇ, ਠੀਕ ਹੈ, ਗੁਰੂ ਗੋਬਿੰਦ ਸਿੰਘ ਨੇ, ਠੀਕ ਹੈ। ਜਵਾਬ ਚਲੋ ਇਹ ਵਡਭਾਗ ਨੇ ਤਾਂ ਨਹੀਂ ਦਿੱਤਾ, ਦੱਸ ਦਿਓ ਸਿਰਾਂ ਲਾ ਕੇ ਕਹਿੰਦਾ ਕਰੋ ਕਿ ਦਿੱਤਾ ਵਡਭਾਗ ਨੇ। ਤੇ ਇਹ ਗੁਰੂ ਦਾ ਬਾਣਾ ਪਾ ਕੇ ਜਾਣਾ ਵਡਭਾਗ ਦੇ, ਇਹ ਤਾਂ ਉਹ ਗੱਲ ਹੋ ਗਈ ਜਿਵੇਂ ਕਿਸੇ ਬੀਬੀ ਨੇ ਸੁਹਾਗਣ ਵਾਲਾ ਸ਼ਿੰਗਾਰ ਕੀਤਾ ਹੋਵੇ, ਤੁਰੀ ਫਿਰੇ ਹੋਰ ਦੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਦਾਹਰਨ ਦੇਣੀ ਪੈਂਦੀ ਹੈ, ਇਹ ਤਾਂ ਉਹ ਗੱਲ ਹੋ ਗਈ। ਫਿਰ ਆ ਗੁਰੂ ਦਾ ਬਾਣਾ ਪਾ ਕੇ ਵਡਭਾਗੂਆਂ ਦੇ ਜਾਣਾ ਲੈ ਗਈ ਸਾਡੀ, ਸ਼ਰਮ ਲੈ ਗਈ ਸਾਡੀ। ਆ ਗੁਰੂ ਦਾ ਬਾਣਾ ਪਾ ਕੇ ਜਾਣਾ ਵਡਭਾਗੂ ਦੇ, ਸੋਚੋ ਜਰਾ। ਇਸ ਕਰਕੇ ਡਰਿਆ ਨਾ ਕਰੋ, ਇੱਥੇ ਨਹੀਂ ਹੁਕਮ ਚੱਲਦਾ ਕਿਸੇ ਦਾ। ਤੁਸੀਂ ਡਰ ਜਨੇ ਹੋ, ਕੋ ਗਿਆਨ ਨਹੀਂ ਤੁਹਾਡੇ ਪੱਲੇ ਹੁੰਦਾ। ਇਸ ਕਰਕੇ ਕੋਈ ਕਿਸੇ ਨੂੰ ਭੂਤ ਪ੍ਰੇਤ ਨਹੀਂ ਚੁੰਬੜਦਾ, ਯਾਦ ਰੱਖਿਓ। ਵਡਭਾਗ ਦਾ ਪਿਛੋਕੜ ਸਮਝ ਕੇ, ਇਹ ਵਡਭਾਗ ਦਾ ਪਿਛੋਕੜ ਹੈ। ਤੇ ਫਿਰ ਭੂਤ ਪ੍ਰੇਤ ਬਾਰੇ ਸੰਖੇਪ ਕਹਿ ਦਿਆਂ। ਸੰਖੇਪ ਤਾਂ ਵੈਸੇ ਚਲੋ ਥੋੜਾ ਆਪਾਂ ਵਿਚਾਰ ਵੀ ਲੈਨੇ ਆ, ਕਿਉਂਕਿ ਕਈ ਥਾਂ ਤੇ ਆਸੇ ਪਾਸੇ ਤੇ ਗੱਲ ਹੋਈ ਹੈ। ਚਲੋ ਪਿੰਡ ਦੀ ਸੰਗਤ ਪਹਿਲੀ ਵਾਰ ਸੁਣ ਰਹੀ ਹੈ, ਨਹੀਂ ਧੌਲੇ ਦੇ ਦੀਵਾਨਾਂ ਵਿੱਚ ਭੂਤ ਪ੍ਰੇਤ ਬਾਰੇ ਬਹੁਤ ਵਿਸਥਾਰ ਚ ਗੱਲ ਹੋਈ ਸੀ। ਤਾਂ ਤੇ ਹਾਂਜੀ ਚਲੋ ਦੁਬਾਰਾ ਕਹਿ ਦਿਆਂ। ਹੁਣ ਪਹਿਲੀ ਗੱਲ ਇਹ ਸਮਝਿਓ, ਭੂਤ ਪ੍ਰੇਤ ਚੁੰਬੜਨ ਵਾਲਾ ਭੂਤ ਪ੍ਰੇਤ ਕਿਤੇ ਨਹੀਂ ਕਿ ਕਿਸੇ ਨੂੰ ਭੂਤ ਪ੍ਰੇਤ ਚੁੰਬੜ ਜਾਂਦਾ ਹੋਵੇ, ਕਿਤੇ ਵੀ। ਯਾਦ ਰੱਖਿਓ। ਬਹੁਤਿਆਂ ਨੇ ਮੈਨੂੰ ਪਤਾ ਕੀ ਕਹਿਣਾ, ਮੈਂ ਪਹਿਲਾਂ ਹੀ ਜਵਾਬ ਦੇ ਜਾਣਾ ਹਰ ਗੱਲ ਦਾ। ਉਹ ਜੀ ਬਾਣੀ 'ਚ ਲਿਖਿਆ ਹੋਇਆ ਭੂਤ ਪ੍ਰੇਤ, ਬਿਲਕੁਲ ਲਿਖਿਆ ਹੋਇਆ ਬਾਣੀ 'ਚ। ਭੂਤ ਪ੍ਰੇਤ ਥਾਂ ਥਾਂ ਤੇ ਲਿਖਿਆ ਹੋਇਆ, ਇੱਕ ਥਾਂ ਨਹੀਂ ਲਿਖਿਆ, ਬਹੁਤ ਥਾਵਾਂ ਤੇ ਲਿਖਿਆ ਹੋਇਆ ਭੂਤ ਪ੍ਰੇਤ ਬਾਣੀ 'ਚ। ਪਰ ਗੁਰਬਾਣੀ ਵਿੱਚ ਭੂਤ ਪ੍ਰੇਤ ਦਾ ਅਰਥ ਵੀ ਲਿਖਿਆ ਹੋਇਆ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰਬਾਣੀ ਗੁਰੂ ਤੇ ਜਾਣਨੀ ਹੈ। ਗੁਰਬਾਣੀ ਦੀ ਅਰਥ ਗੁਰਬਾਣੀ ਵਿੱਚ ਵੀ ਸਮਝਣੇ ਆ ਵੀ ਇਹ ਲਫ਼ਜ਼ ਗੁਰਬਾਣੀ ਵਿੱਚ ਕਿਸ ਅਰਥ ਵਿੱਚ ਆ ਰਿਹਾ ਹੈ। ਸੋ ਉਹ ਜਿਹੜਾ ਅਰਥ ਲਿਖਿਆ ਹੋਇਆ ਗੁਰਬਾਣੀ ਚ ਭੂਤ ਪ੍ਰੇਤ ਦਾ, ਉਹਨੂੰ ਕੋਈ ਸਮਝਦਾ ਨਹੀਂ। ਇੱਕੋ ਹੀ ਗੱਲ ਫੜ ਰੱਖਿਓ ਜੀ, ਬਾਣੀ ਚ ਵੀ ਲਿਖਿਆ ਭੂਤ ਪ੍ਰੇਤ, ਬਾਣੀ ਨੇ ਵੀ ਮੰਨਿਆ ਭੂਤ ਪ੍ਰੇਤ। ਉਹ ਭਲੇ ਉਹ ਮੰਨਿਆ ਭੂਤ ਪ੍ਰੇਤ ਬਾਣੀ ਨੇ, ਪਰ ਬਾਣੀ ਤੋਂ ਸਮਝੋ ਵੀ ਬਾਣੀ ਨੇ ਭੂਤ ਪ੍ਰੇਤ ਕਿਹਾ ਕਿਹਨੂੰ ਹੈ। ਗੁਰਬਾਣੀ ਚ ਭੂਤ ਪ੍ਰੇਤ ਦਾ ਅਰਥ ਕੀ ਹੈ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਤੁਹਾਨੂੰ ਦੱਸਦੇ ਆ ਬਾਣੀ ਚੋਂ। ਹਾਂਜੀ, ਇੱਕ ਗੱਲ ਤਾਂ ਸਮਝ ਲਈ ਵੀ ਬਾਹਰ ਕਿਸੇ ਨੂੰ, ਬਾਹਰੋਂ ਭੂਤ ਪ੍ਰੇਤ ਕਿਸੇ ਨੂੰ ਕੋਈ ਨਹੀਂ ਚੁੰਬੜਦਾ, ਵੀ ਹੋਰ ਭੂਤ ਪ੍ਰੇਤ ਨੂੰ ਚੁੰਬੜ ਜਾਂਦਾ ਕਿਸੇ ਨੂੰ। ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ 15 ਸਾਲ ਮੈਨੂੰ ਵਡਭਾਗਾਂ ਨੂੰ ਚੈਲੰਜ ਕਰਦੇ ਹੋਏ ਮੈਨੂੰ ਇੱਕ ਅੱਧਾ ਭੂਤ ਪ੍ਰੇਤੀ ਚਮੇਟ ਦੇ ਮੈਂ ਲੱਭਦਾ ਤੁਰਿਆ ਫਿਰਦਾ। ਸੋਨੂੰ ਪਤਾ ਨਹੀਂ ਕਿੱਦੋਂ ਚੁੰਬੜ ਜਾਂਦੇ ਆ। ਮੈਂ ਕਹਿਣਾ ਮੈਨੂੰ ਚੁੰਬੜੋ, ਤਾਂ ਨਹੀਂ ਕੋਈ ਖੜਦਾ ਨੇੜੇ। ਫਿਰ ਸੋਨੂੰ ਕਿੱਥੋਂ ਚੁੰਬੜ ਜਾਂਦੇ ਆ। ਸੋਚੋ ਜਰਾ, ਕਿਤੇ ਚੁੰਬੜਨ ਵਾਲਾ ਭੂਤ ਪ੍ਰੇਤ ਨਹੀਂ। ਭੂਤ ਪ੍ਰੇਤ ਕੀ ਹੈ ਸੁਣਿਓ। ਗੁਰੂ ਗਿਆਨ ਨਾਲੋਂ ਟੁੱਟ ਕੇ ਅਸੀਂ ਮਨ ਦੇ ਤਲ ਤੇ ਭਟਕ ਜਾਂਦੇ ਹਾਂ। ਭੂਤ ਪ੍ਰੇਤ ਅਸੀਂ ਮਨ ਦੇ ਤਲ ਤੇ ਬਣ ਜਾਂਦੇ ਹਾਂ। ਅਸੀਂ ਖੁਦ, ਹੋਰ ਨਹੀਂ ਭੂਤ ਚੁੰਬੜਦਾ, ਅਸੀਂ ਖੁਦ ਹੀ ਭੂਤ ਪ੍ਰੇਤ ਬਣ ਜਾਂਦੇ ਹਾਂ। ਗੁਰੂ ਗਿਆਨ ਨਾਲ ਟੁੱਟ ਕੇ ਭਟਕ ਜਾਂਦੇ ਹਾਂ, ਸਮਝ ਕੇ ਚੰਦਰੀ ਰੂਹ ਬਣ ਜਾਂਦੇ ਹਾਂ, ਸਮਝ ਗਏ। ਮਨ ਦੇ ਤਲ ਤੇ ਭਟਕ ਜਾਂਦੇ ਹਾਂ। ਭੂਤ ਪ੍ਰੇਤ ਮਨ ਦੇ ਤਲ ਤੇ ਹੈ, ਇਹ ਨਹੀਂ ਵੀ ਹੋਰ ਭੂਤ ਕਿਸੇ ਨੂੰ ਚੁੰਬੜ ਜਾਂਦਾ ਹੈ। ਲਓ ਜੀ, ਕਿਹੜੇ ਨੇ ਸੁਣਿਓ ਹੁਣ ਬਾਣੀ ਚੋਂ, ਇੱਕ ਇੱਕ ਪੰਕਤੀ ਸੁਣਿਓ ਅਰਥ। ਗੁਰਬਾਣੀ ਚ ਲਿਖਿਆ ਜੀ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਹਾਂਜੀ, ਪਹਿਲਾਂ ਸੁਣੋ ਹੁਣ ਪ੍ਰੇਤ ਦੀ ਕਿਸਮ। ਕਹਿੰਦੇ ਮਾਇਆ ਮੋਹ ਪ੍ਰੇਤ ਹੈ। ਕਹਿੰਦੇ ਜਿਹੜਾ ਮਾਇਆ ਮੋਹ ਚ ਪੈ ਗਿਆ, ਪੈਸੇ ਦਾ ਪੁੱਤ ਹੋ ਗਿਆ, ਸਿੱਧਾ ਅਰਥ ਕਰ ਲਓ। ਪੈਸੇ ਦਾ ਪੁੱਤ ਹੋ ਗਿਆ, ਜੋ ਚਾਹੇ ਇਸਤਰੀ ਚਾਹੇ ਪੁਰਸ਼ ਕੋਈ ਹੈ ਨਾ, ਬਾਣੀ ਦਾ ਗਿਆਨ ਤਾਂ ਸਾਰਿਆਂ ਵਾਸਤੇ ਸਾਂਝਾ ਹੈ। ਜਿਹੜਾ ਪੈਸੇ ਦਾ ਪੁੱਤ ਹੋ ਗਿਆ ਉਹ ਪ੍ਰੇਤ ਹੈ। ਮਾਇਆ ਮੋਹ ਪ੍ਰੇਤ ਹੈ, ਕਿਉਂਕਿ ਪੁੱਠੇ ਕੰਮ ਕਰੂ ਉਹ ਜਦੋਂ ਪੈਸੇ ਦਾ ਪੁੱਤ ਹੋ ਗਿਆ। ਰਿਸ਼ਵਤਖੋਰੀ ਕਰੂ, ਮਿਲਾਵਟਬਾਜ਼ੀ ਕਰੂ ਜੇ ਦੁਕਾਨਦਾਰ ਹੈ, ਜਾਂ ਨਸ਼ੇ ਵੇਚੂ, ਜਾਂ ਕਿਸੇ ਨਾਲ ਛਲ ਕਪਟ ਠੱਗੀ ਚੋਰੀ ਕਰੂ। ਜਿਹੜੇ ਪੈਸੇ ਦੇ ਪੁੱਤ ਹੋ ਜਾਂਦੇ ਹੈ ਉਹ ਮਨੁੱਖ ਨਹੀਂ ਰਹਿ ਜਾਂਦੇ, ਪ੍ਰੇਤ ਹੋ ਜਾਂਦੇ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕੀ ਹੈ ਪ੍ਰੇਤ? ਸੁਣੋ, ਭਾਵ ਮਾਇਆ ਮੋਹ ਕਹਿ ਲੋ, ਜਿਹੜਾ ਲੋਭੀ ਹੋ ਗਿਆ ਕਹਿ ਲੋ, ਤ੍ਰਿਸ਼ਨਾਲੂ ਹੋ ਗਿਆ ਕਹਿ ਲੋ। ਤੇ ਅੱਜ ਦੇਖ ਲੋ ਸਾਰਾ ਢਾਂਚਾ, ਅੱਜ ਪ੍ਰੇਤਾਂ ਦੀ ਢਾਂਚਾ ਬਣਿਆ ਪਿਆ ਸਾਰਾ। ਕਰੋੜਾਂ ਹੀ ਨੇ ਨਾ, ਲੋਭ ਨੇ ਸਾਰਾ ਢਾਂਚਾ ਵਿਗਾੜਤਾ ਨਾ। ਲੋਭ ਤਾਂ ਪ੍ਰੇਤ ਹੁੰਦੇ ਨੇ। ਹੁਣ ਇੱਕ ਦੋ ਇਸ਼ਾਰੇ ਦੇ ਦਿਆਂ, ਜਿਵੇਂ ਕਿ ਸਾਡੇ ਮੁਲਕ ਨੂੰ ਰਾਜਨੀਤਿਕ ਪ੍ਰੇਤ ਚੁੰਬੜੇ ਹੋਏ ਆ, ਲੁੱਟ ਕੇ ਖਾ ਲਿਆ ਨਾ ਪ੍ਰੇਤਾਂ ਨੇ ਮੁਲਕ ਨੂੰ। ਸਾਡਾ ਮੁਲਕ ਨਹੀਂ ਗਰੀਬ, ਇਹ ਮੁਲਕ ਰਾਜਨੀਤਿਕ ਪ੍ਰੇਤਾਂ ਨੇ ਲੁੱਟ ਕੇ ਖਾਧਾ, ਇਹਨੂੰ ਪ੍ਰੇਤ ਚੁੰਬੜੇ ਪਏ ਆ। ਬੋਲੋ ਸਤਨਾਮ। ਰਾਜਨੀਤਿਕ ਪ੍ਰੇਤ ਚੁੰਬੜੇ ਆ, ਕਹਿੰਦਾ ਦੱਸਦੇ ਮਾੜਾ ਜਾ ਜੀ। ਦੇਸ਼ ਨੂੰ ਚੁੰਬੜੇ ਪਏ ਆ ਪ੍ਰੇਤ, ਤਾਂ ਇੱਕ ਨੂੰ ਕੀ ਦੇਸ਼ ਨੂੰ ਚੁੰਬੜੇ ਪਏ ਆ ਪ੍ਰੇਤ, ਤਾਂ ਚੁੰਬੜੇ ਹੀ ਪਏ ਨੇ ਪ੍ਰੇਤ। ਤਾਂ ਰੋਜ਼ ਨਹੀਂ ਸੁਣਦੇ ਅਖਬਾਰਾਂ ਦੇ ਵਿੱਚ ਉਹ ਵੱਡੇ ਵੱਡੇ 1000 ਕਰੋੜ ਤੋਂ ਘੱਟ ਕੋਈ ਸਕੈਂਡਲ ਹੀ ਨਹੀਂ। ਅੱਗੇ ਹੁੰਦਾ ਸੀ 10-20 ਕਰੋੜ ਦੀ ਗੱਲ, ਤਾਂ ਹੁਣ ਤਾਂ ਹਜ਼ਾਰਾਂ ਕਰੋੜਾਂ ਦੀ ਗੱਲ ਚੱਲਦੀ ਹੈ ਕਿ ਸਕੈਂਡਲ। ਸੋਚੋ ਜਰਾ, ਹੁਣ ਲੱਗ ਗਿਆ ਪਤਾ ਪ੍ਰੇਤ ਕੀ ਹੈ।
ਇੱਕ ਤਾਂ ਰਾਜਨੀਤਿਕ ਪ੍ਰੇਤ, ਦੂਸਰਾ ਅਫਸਰਸ਼ਾਹੀ ਪ੍ਰੇਤ। ਬਿਰਲਿਆਂ ਨੂੰ ਛੱਡ ਕੇ ਬ੍ਰੈਕਟ 'ਚ ਪਾ ਲਿਓ ਜੀ। ਜਿਹੜੇ ਗੁਰੂ ਗਿਆਨ ਨਾਲ ਜੁੜੇ ਹੁੰਦੇ ਨੇ ਚੰਗੇ ਅਫੀਸਰ ਵੀ ਹੁੰਦੇ ਆ, ਚੰਗੇ ਮੁਲਾਜ਼ਮ ਵੀ ਹੁੰਦੇ ਆ, ਹਰ ਮਹਿਕਮੇ ਵਿੱਚ ਸਤਿਕਾਰਯੋਗ ਹੈ। ਮੈਨੂੰ ਚੰਗੇ ਅਫੀਸਰ ਬਹੁਤ ਮਿਲਦੇ ਰਹਿੰਦੇ ਆ। ਤਾਂ ਤੇ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਪੈਸੇ ਦਾ ਪੁੱਤ ਹੋ ਗਿਆ, ਕੋਈ ਵੀ ਆ, ਚਾਹੇ ਲੀਡਰ ਪੈਸੇ ਦਾ ਪੁੱਤ ਹੋ ਗਿਆ, ਮੁਲਕ ਲੁੱਟ ਕੇ ਖਾ ਲਿਆ। ਚੁੰਬੜ ਗਿਆ ਪ੍ਰੇਤ ਕਿ ਨਾ ਚੁੰਬੜ ਗਿਆ ਮੁਲਕ ਨੂੰ, ਦੇਸ਼ ਨੂੰ। ਪਹਿਲਾਂ ਕਹਿੰਦੇ ਹੁੰਦੇ ਸੀ ਗੋਰੇ ਲੁੱਟ ਕੇ ਬਾਹਰ ਲਿਜਾਈ ਜਾਂਦੇ ਆ, ਬਾਹਰ ਲਿਜਾਈ ਜਾਂਦੇ ਕਹਿੰਦੇ ਸੀ ਨਾ। ਅੱਜ ਕਾਲੇ ਵੀ ਲੁੱਟ ਕੇ ਬਾਹਰ ਨੂੰ ਲਿਜਾਈ ਜਾਂਦੇ ਆ। ਬੋਲੋ ਸਤਨਾਮ। ਸਵਿਟਜ਼ਰਲੈਂਡ ਦੀਆਂ ਬੈਂਕਾਂ ਭਰੀਆਂ ਪਈਆਂ। ਸੋਚੋ ਜਰਾ, ਪ੍ਰੇਤ ਦੀ ਗੱਲ ਚੱਲੀ ਹੈ, ਪ੍ਰੇਤ। ਤਾਂ ਤੇ ਫਿਰ ਅਫਸਰਸ਼ਾਹੀ ਪ੍ਰੇਤ, ਬਿਰਲਿਆਂ ਨੂੰ ਛੱਡ ਕੇ ਜਿਹੜੇ ਪੈਸੇ ਦੇ ਪੁੱਤ ਹੋ ਗਏ ਨੇ, ਨਿਗਾਹ ਮਾਰ ਲਓ ਸਾਰੇ ਕਿਤੇ ਵਗ ਜਾਓ, ਪ੍ਰੇਤ ਨਾਲ ਦੀ ਨਾ ਜੇਬ ਨੂੰ ਚੁੰਬੜਦਾ ਹੈ। ਬੋਲੋ ਸਤਨਾਮ। ਚੁੰਬੜਦਾ ਹੁੰਦਾ ਨਾ ਪ੍ਰੇਤ। ਪ੍ਰੇਤ ਨੇ ਛੱਡਿਆ ਕੀ ਹੈ? ਸੋਚੋ। ਫਿਰ ਦੁਕਾਨਾਂ ਤੇ ਬੈਠੇ ਨੇ ਪ੍ਰੇਤ। ਬਾਰ-ਬਾਰ ਕਹਿੰਦੇ ਆ ਪੈਸੇ ਦੇ ਪੁੱਤ ਦੀ ਗੱਲ ਚੱਲ ਰਹੀ ਹੈ। ਚੰਗੇ ਦੁਕਾਨਦਾਰ ਜਿਹੜੇ ਇਮਾਨਦਾਰ ਹੁੰਦੇ ਮੈਂ ਸਤਿਕਾਰ ਕਰਦਾ ਹਾਂ। ਗੱਲ ਸਮਝਣ ਦੀ ਕੋਸ਼ਿਸ਼। ਪੈਸੇ ਦੇ ਪੁੱਤ ਕੀ ਕਰਦੇ ਆ ਪ੍ਰੇਤ? ਸਿਹਤ ਨਾਲ ਖਲਵਾੜ ਕਰਦੇ ਆ। ਨਕਲੀ ਦੁੱਧ, ਨਕਲੀ ਪਨੀਰ, ਨਕਲੀ ਖੋਹਾ, ਤੇਲਾਂ ਚ ਮਿਲਾਵਟਾਂ, ਲੂਣ ਮਿਰਚ ਮਸਾਲਿਆਂ ਚ। ਇਹ ਪ੍ਰੇਤਾਂ ਦੇ ਕੰਮ ਹੀ ਹੈ, ਕਿਸੇ ਦੀ ਸਿਹਤ ਨੂੰ ਖਰਾਬ ਕਰਕੇ ਰੁਪਈਏ ਇਕੱਠੇ ਕਰਨੇ। ਬੋਲੋ ਸਤਨਾਮ। ਹੁੰਦੇ ਦਰਸ਼ਨ ਪ੍ਰੇਤਾਂ ਦੇ ਕਰੀ ਚੱਲੋ। ਕਰੋੜਾਂ ਹੀ ਕਹਿੰਦੇ, ਕਰੋੜਾਂ ਹੀ ਆ, ਲਿਖਿਆ ਨਾ ਬਣੇ ਕਰੋੜਾਂ ਹੀ ਆ ਪ੍ਰੇਤ। ਹੋਰ ਕੀ ਹੈ? ਗਿਣਤੀ ਹੋ ਸਕਦੀ ਹੈ ਪ੍ਰੇਤਾਂ ਦੀ ਕਿਤੇ? ਉਹ ਦੁਕਾਨਾਂ ਤੇ ਪ੍ਰੇਤ ਬੈਠੇ ਨੇ, ਪਤਾ ਨਹੀਂ ਕੀ ਕੁਛ ਮਿਲਾਵਟ ਕਰ ਦਿੰਦੇ ਨੇ ਵਿੱਚ। ਦਵਾਈਆਂ ਦੀਆਂ ਦੁਕਾਨਾਂ ਤੇ ਪ੍ਰੇਤ ਅੱਡ ਬੈਠੇ ਆ, ਜਿਹੜੇ ਨਸ਼ੇ ਦੇ ਤੌਰ ਤੇ ਐਲਪਰੈਕਸ, ਪ੍ਰੋਕਸੀਬੋਨ, ਲੋਮੋਟਲ ਆਦਿਕ ਵੇਚਦੇ ਨੇ। ਉਹ ਬੈਠੇ ਨੇ ਪ੍ਰੇਤ, ਪ੍ਰੇਤ ਹੀ ਪ੍ਰੇਤ। ਬਿਰਲਿਆਂ ਨੂੰ ਛੱਡ ਕੇ ਬ੍ਰੈਕਟ ਪਾਈ ਚੱਲੋ। ਜਿਹੜਾ ਨਹੀਂ ਨਸ਼ੇ ਵੇਚਦਾ ਮੈਂ ਸਤਿਕਾਰ ਕਰਦਾ, ਮੇਰੀ ਵੀ ਮੈਡੀਕਲ ਲਾਈਨ ਹੈ। ਸੋਚੋ ਜਰਾ। ਤਾਂ ਤੇ ਪ੍ਰੇਤ ਹੀ ਪ੍ਰੇਤ ਬੈਠੇ ਨੇ। ਪਤਾ ਨਹੀਂ ਇਹਨਾਂ ਪ੍ਰੇਤਾਂ ਨੇ ਕਿੰਨੀ ਜਵਾਨੀ ਪੱਟ ਦਿੱਤੀ ਇਹਨਾਂ ਨੇ। ਐਲਪਰੈਕਸ ਵੇਚ, ਲੋਮੋਟਲ, ਪ੍ਰੋਕਸੀਬੋਨ ਵੇਚ ਕੇ ਕਿੰਨੀ ਜਵਾਨੀ ਪੱਟਤੀ ਇਹਨਾਂ ਪ੍ਰੇਤਾਂ ਨੇ ਇਹਨਾਂ ਨੇ। ਸੋਚੋ ਜਰਾ। ਹੁਣ ਪ੍ਰੇਤਾਂ ਦਾ ਘੱਟ ਹੈ? ਕੋਈ ਦੱਸਿਓ ਮੈਨੂੰ। ਪ੍ਰੇਤ ਹੀ ਪ੍ਰੇਤ ਹੈ, ਕਿੱਥੇ ਘੱਟ ਹੈ ਕਿਤੇ ਪ੍ਰੇਤਾਂ ਦਾ ਇੱਥੇ। ਇਸ ਕਰਕੇ ਬਾਣੀ ਦਾ ਫੈਸਲਾ ਸੁਣ ਲਿਆ ਜੀ ਪਹਿਲਾਂ। ਪੈਸੇ ਦੇ ਪੁੱਤ ਪ੍ਰੇਤ ਹੁੰਦੇ ਆ, ਪੈਸੇ ਦੇ ਪੁੱਤ ਪ੍ਰੇਤ ਹੁੰਦੇ ਆ। ਤਾਂ ਤੇ ਫਿਰ ਅੱਗੇ ਕੀ ਲਿਖਿਆ ਹੈ? ਯਾਨੀ ਕਿ ਇਹ ਵੀ ਬਾਣੀ 'ਚ ਲਿਖਿਆ ਹੈ ਕਿ ਪੰਜੇ ਹੀ ਪ੍ਰੇਤ ਨੇ, ਭੂਤ ਪ੍ਰੇਤ ਨੇ ਅਸਲ 'ਚ। ਤਾਂ ਜਿਹਨਾਂ ਨੂੰ ਵੱਸ 'ਚ ਕਰ ਲਏ ਤਾਂ ਬਚ ਹੋ ਜੂ, ਨਹੀਂ ਤਾਂ ਹੁੰਦੀ ਨਹੀਂ। ਕੀ ਲਿਖਿਆ? ਪੰਜ ਭੂਤ ਵੱਸ ਕੀਨੇ ਜੰਤਨਾ ਤਰਾਸ। ਜੇ ਪੰਜ ਭੂਤਾਂ ਨੂੰ ਵੱਸ ਚ ਕਰ ਲਵੇ, ਪੰਜ ਭੂਤ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੇ ਤਾਂ ਇਹ ਹਾਵੀ ਹੋ ਜਾਣ ਆਪਣੇ ਤੇ, ਫਿਰ ਤਾਂ ਬਹੁਤ ਖਰਾਬ ਕਰਦੇ ਆ। ਹੁਣ ਜਿਵੇਂ ਕਾਮ ਦਾ ਪ੍ਰੇਤ, ਜਿੱਤੇ ਕਾਮ ਦਾ ਭੂਤ ਸਵਾਰ ਹੋ ਗਿਆ, ਰੋਜ਼ ਬਲਾਤਕਾਰ ਦੀਆਂ ਘਟਨਾਵਾਂ, ਅਸਰੂਤੀ, ਆਗਵਾ ਕਾਂਡ, ਹੋਰ ਬੜੇ ਬੜੇ ਨਿੱਤ ਬਲਾਤਕਾਰ ਦੀਆਂ ਘਟਨਾਵਾਂ ਅਖਬਾਰਾਂ 'ਚ ਪੜ੍ਹਦੇ ਹਾਂ। ਨਿੱਤ ਹਰਿਆਣੇ 'ਚ ਕਿੰਨੀਆਂ ਘਟਨਾਵਾਂ ਹੋਈਆਂ, ਆਪਣੇ ਇੱਥੇ ਹੋਰ ਕਿੰਨੀਆਂ ਘਟਨਾਵਾਂ। ਇਹ ਕੀ ਹੈ? ਭੂਤ ਪ੍ਰੇਤ ਹੀ ਨੇ। ਇਹ ਮਨੁੱਖ ਨੇ, ਇਹ ਮਨੁੱਖ ਨੇ? ਦੱਸਿਓ ਮੈਨੂੰ ਮਾੜਾ ਜਿਹਾ। ਸੋਚੋ। ਜੀ ਤੇ ਕਾਮ ਦਾ ਭੂਤ ਸਵਾਰ ਹੋ ਗਿਆ, ਉਹਨੇ ਚੁੰਬੜ ਜਾਣਾ ਕਿਸੇ ਨੂੰ। ਇਵੇਂ ਇੱਕ ਲਿਖੀਆਂ ਹੋਈਆਂ ਗੱਲਾਂ ਜੀ ਬਾਣੀ 'ਚ ਸਾਰੀਆਂ। ਸੋਚੋ। ਕ੍ਰੋਧ ਦਾ ਭੂਤ ਸਵਾਰ ਹੋ ਗਿਆ ਕਿਸੇ ਤੇ, ਤਾਂ ਤੇ ਫਿਰ ਉਹਨੇ ਕੀ ਕਰਨਾ ਹੈ? ਕਈ ਵਾਰ ਆਪਣੇ ਹੀ ਜਾਨੀ ਕਿ ਦੰਦ ਟੁੱਟ ਜਾਂਦੇ ਨੇ, ਕੁਛ ਚੁੱਕ ਕੇ ਮਾਰ ਦਿੰਦਾ ਹੈ, ਆਪਣੀ ਕੱਪੜੇ ਕਈ ਵਾਰੀ ਫੜ ਲੈਂਦਾ, ਕੋਈ ਵਾਰੀ ਜ਼ਹਿਰ ਵੀ ਪੀ ਸਕਦਾ। ਕ੍ਰੋਧ ਦਾ ਭੂਤ ਚੁੰਬੜ ਗਿਆ, ਕੋਈ ਭੈਣ ਖੂਹ 'ਚ ਛਾਲ ਵੀ ਲਗਾ ਸਕਦੀ ਹੈ, ਅੱਗ ਵੀ ਲਾ ਸਕਦੀ ਹੈ ਆਪਣੇ ਆਪ ਨੂੰ। ਗੱਲ ਜਿਹੜੀ ਹੈ ਕ੍ਰੋਧ। ਸੋ ਲੋਭ ਦਾ ਭੂਤ ਸਵਾਰ ਹੋ ਗਿਆ, ਪਹਿਲਾਂ ਸਮਝ ਹੀ ਲਿਆ ਆਪਾਂ ਕੀ ਹਾਲਤ ਹੁੰਦੀ ਹੈ। ਹੰਕਾਰ ਦਾ ਭੂਤ ਸਵਾਰ ਹੋ ਗਿਆ, ਮੈਂ ਮੇਰੀ 'ਚ ਮਰ ਜਾਂਦੇ ਹਾਂ, ਆਈ ਐਂਡ ਮਾਈ, ਹੰਗਤਾ ਮਮਤਾ। ਇਹ ਭੂਤ ਜਦੋਂ ਇਹਨਾਂ ਭੂਤਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ, ਭੂਤ ਕਾਬੂ ਕਰਨ ਦਾ ਭਾਵ ਸਮਝਦੇ ਹੋ? ਇਹਨੂੰ ਥੋੜਾ ਸੌਖੀ ਭਾਸ਼ਾ 'ਚ ਕਹਾਂ ਤਾਂ ਸ਼ਕਤੀ ਵਰਤਣਾ। ਅੰਗਰੇਜ਼ੀ 'ਚ ਕਹਿੰਦਾ ਨਾਲ ਟ੍ਰਾਂਸਫਰਮੇਸ਼ਨ ਆਫ ਐਨਰਜੀ। ਭੂਤ ਨੂੰ ਵਸ ਕਰਨ ਦਾ ਭਾਵ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਸਰੀਰ ਦੀ એનર્ਜੀ ਹੈ ਨਾ, ਇਹਨੂੰ ਸੋਧ ਲਿਆ ਜਾਵੇ। ਸ਼ਕਤੀ ਨਾ ਪੈਦਾ ਕੀਤੀ ਜਾ ਸਕਦੀ ਹੈ, ਨਾ ਖਤਮ ਕੀਤੀ ਜਾ ਸਕਦੀ ਹੈ। ਇਸ ਨੂੰ ਇੱਕ ਤੋਂ ਦੂਜੇ ਰੂਪ ਦੇ ਵਿੱਚ ਬਦਲਿਆ ਜਾ ਸਕਦਾ ਹੈ। ਇਹ ਨਿਯਮ ਹੈ ਨਾ। ਇਹਨੂੰ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਵੀ ਕਹਿੰਦੇ ਹਨ, ਪੜ੍ਹੇ ਲਿਖੇ ਜਾਣਦੇ ਆ। ਤਾਂ ਤੇ ਹੁਣ ਕੀ ਹੈ? ਜਦੋਂ ਗੁਰੂ ਦਾ ਸੱਚਾ ਗਿਆਨ ਸਾਡੇ ਪੱਲੇ ਆ ਗਿਆ ਤਾਂ ਕੀ ਹੈ? ਸਾਡੀ ਇਹ એનર્ਜੀ ਸ਼ੁੱਧ ਹੋ ਜਾਂਦੀ ਹੈ, ਕਾਮ ਸ਼ੁੱਧ ਹੋ ਜਾਂਦਾ ਹੈ। ਪਹਿਲਾਂ ਤਾਂ ਜੇ ਤਾਂ ਕਾਮ ਨੂੰ ਸ਼ੁੱਧ ਨਹੀਂ ਕੀਤਾ ਤਾਂ ਇਹ ਭੂਤ ਹੈ, ਸਾਨੂੰ ਚੁੰਬੜਿਆ, ਸਾਡੇ ਤੇ ਹਾਵੀ ਹੈ। ਜੇ ਕਾਮ ਦੀ એનર્ਜੀ ਸ਼ੁੱਧ ਹੋ ਜਾਵੇ ਤਾਂ ਸਮਝ ਲਓ ਭੂਤ ਬਸ ਵਿੱਚ ਆ ਕੇ ਕੰਮ ਦਿੰਦਾ ਹੈ। ਕਾਮ ਦਾ ਭੂਤ ਬਸ ਚ ਆ ਕੇ ਕਾਹਦਾ ਕੰਮ ਦਿੰਦਾ ਹੈ? ਇਸ਼ਕ ਹਕੀਕੀ ਦਾ, ਸੱਚ ਦਾ ਪਿਆਰ, ਬਾਣੀ ਦਾ ਪਿਆਰ, ਪਰਮਾਤਮਾ ਦਾ ਪਿਆਰ। ਇਸ਼ਕ ਹਕੀਕੀ ਜਾਣਦੇ? ਇਸ਼ਕ ਹਕੀਕੀ ਕਹਿੰਦੇ ਇਹਨੂੰ। ਸੱਚਾ ਪਿਆਰ, ਇੱਕ ਸ਼ੁੱਧ ਕਾਮ,
ਸੱਚ ਦੇ ਪਿਆਰ ਦਾ ਕੰਮ ਦਿੰਦਾ ਹੈ। ਭੂਤ ਵਸ ਵਿੱਚ ਆ ਗਿਆ, ਇਸ਼ਕ ਹਕੀਕੀ ਦਾ ਕੰਮ ਦੇਣ ਲੱਗ ਗਿਆ। ਕ੍ਰੋਧ ਦਾ ਭੂਤ ਵਸ ਚ ਆ ਗਿਆ ਨਾ ਜਦੋਂ, ਵੀਰ ਰਸ ਦਾ ਕੰਮ ਦਿੰਦਾ। ਝੂਠ ਦੇ ਖਿਲਾਫ ਆਵਾਜ਼ ਬੁਲੰਦ ਕਰਨੀ, ਝੂਠ ਨਾਲ ਸਮਝੌਤਾ ਨਹੀਂ ਕਰਨਾ, ਝੂਠ ਨੂੰ ਭਾਜਣਾ ਪਾਉਣੀ ਪਾਉਣੀ ਹੈ। ਇਹ ਕੀ ਹੈ? ਇਹ ਵੀਰ ਰਸ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕ੍ਰੋਧ ਦਾ ਭੂਤ ਮੇਰੇ ਕਾਬੂ ਹੈ, ਮੇਰੇ ਵਸ ਚ ਹੈ, ਮੈਂ ਕੰਮ ਲੈਣਾ ਤੋਂ। ਇਹ ਕ੍ਰੋਧ ਦਾ ਭੂਤ ਮੈਨੂੰ ਨਹੀਂ ਚੁੰਬੜ ਸਕਦਾ, ਮੈਂ ਕ੍ਰੋਧ ਤੋਂ ਕੰਮ ਲੈਣਾ। ਕੰਮ ਲੈਣਾ ਮੈਂ ਕ੍ਰੋਧ ਤੋਂ, ਬਖਸ਼ਿਸ਼ ਹੈ ਗੁਰੂ ਦੀ। ਤੁਸੀਂ ਲੱਗ ਜਾਓ ਲੈਣ, ਤੁਸੀਂ ਲੈਣ ਲੱਗ ਜਾਓ। ਇੱਕ ਕ੍ਰੋਧ ਹੁੰਦਾ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਸੁੱਧ ਬੁੱਧ ਮਾਰੀ ਜਾਂਦੀ ਹੈ, ਦਿਮਾਗ ਦੇ ਸੈੱਲ ਵਰਨ ਹੋ ਜਾਂਦੇ ਆ ਕ੍ਰੋਧ ਦੀ ਹਾਲਤ। ਇੱਕ ਹੁੰਦਾ ਕ੍ਰੋਧ ਦਾ ਭੂਤ ਕਾਬੂ ਕਰਕੇ ਤੋਂ ਕੰਮ ਲੈਣਾ ਵੀਰ ਰਸ ਦਾ। ਤਾਂ ਤੇ ਇਦਾਂ ਇਦਾਂ ਭੂਤ ਵਸ ਚ ਕਰਨੇ, ਇਹ ਭੂਤ ਨੇ, ਹੋਰ ਬਾਹਰ ਭੂਤ ਦੀ ਗੱਲ ਕਿਸੇ ਦੀ ਨਹੀਂ। ਤਾਂ ਤੇ ਫਿਰ ਲੋਭ ਦਾ ਭੂਤ ਵਸ ਚ ਆ ਜਾਵੇ। ਜੇ ਤਾਂ ਲੋਭ ਦਾ ਭੂਤ ਆਪਾਂ ਨੂੰ ਚੁੰਬੜ ਜਾਵੇ ਤਾਂ ਪਹਿਲਾਂ ਸਮਝ ਹੀ ਲਿਆ ਪੈਸੇ ਦੇ ਪੁੱਤ ਹੋ ਕੇ ਕੀ ਕਰਤੂਤਾਂ ਕਰਨੇ ਆ। ਤੇ ਜੇ ਲੋਭ ਦਾ ਭੂਤ ਆਪਣੇ ਵਸ ਚ ਆ ਜਾਵੇ ਕਿ ਸੱਚ ਦੇ ਵਪਾਰੀ ਬਣ ਜਾਈਦਾ। ਹਰ ਧਨ ਕੇ ਭਰ ਲਿਓ ਭੰਡਾਰ, ਮੈਂ ਨਾਮ ਦਾ ਲੱਖਾਪਤੀ ਬਣ ਜਾਣਾ ਹੈ, ਮੈਂ ਨਾਮ ਦਾ ਕਰੋੜਾਪਤੀ ਹੋ ਜਾਣਾ ਹੈ, ਮੈਂ ਸੱਚ ਪੱਖ ਤੋਂ ਅਮੀਰ ਹੋਣਾ ਹੈ। ਬੋਲੋ ਸਤਿਨਾਮ। ਕਿਨਹੀ ਬਣ ਜਾ ਕੰਸੀ ਤਾਬਾ, ਕਿਨਹੀ ਲੌਂਗ ਸੁਪਾਰੀ, ਸੰਤ ਹੋ ਬਣ ਜਾ ਨਾਮ ਗੋਬਿੰਦ का, ऐसी खेप हमारी हर के नाम के व्यापारी। सच विहाजना, सच इकट्ठा करना, ये शुद्ध लोभ है, ये शुद्ध लोभ है। लोभ का भूत काबू कर लिया, सच इकट्ठा करना शुरू कर दिता, सच दे व्यापारी बन गए। मोह का भूत काबू आ गया। जे मोह का भूत आपां नूं चुंबड़िया फिर तां की करदे हां, आपां परिवार वास्ते ठगियां मारदे हां। बहु प्रपंच कर परतां लियावै, सुतदारा प्यान लुटावै। जे मोह का भूत काबू कर लिया जावे, मोह का भूत काबू कर लिया जावे, ये बड़ा काम दिंदा। फिर ये बड़ा काम दिंदा है। पहला तो 5-7 मैंबर ही आपदे लगदे सी परिवार दे, भी मेरे घर वाली है, मेरे बच्चे है, मेरे माता पिता है, भैन भरा है। पर जदों मोह दा भूत काबू आ गया, हुण सारी दुनिया एक परिवार लगदा है। बोलो सतनाम श्री वाहिगुरू। मनुखता दी सेवा में समर्पित हो जांदा भी दुनिया बहुत फसी खड़ी है ना, इहनूं कढीए। फिर अपने परिवार वास्ते नहीं कल्ला जिउंदा, वो पूरी दुनिया परिवार वास्ते जिउंदा है, क्योंकि मोह दा भूत काबू आ गया। काबू आ गया तां ते इदां ये काम दिंदा। एक होर नुकता देवां, जदों मोह दा भूत काबू, एक होर गल कहां भी जिहड़े परिवारक रिश्ते है ये भी पवित्र है। जे किते गुरबाणी दे ज्ञान नूं समझ लिया जावे तां परिवारक रिश्ते भी मोह जाल की हुंदा, परिवारक मैंबरां वास्ते ठगियां मारनियां। ध्यान च रखियो, माता पिता दी सेवा करनी, सत्कार करना मोह जाल नहीं, बच्चियां नूं प्यार नाल पालना मोह जाल नहीं, पति पत्नी का रिश्ता बड़ा पवित्र है, मोह जाल नहीं। फिर तुसीं कहोगे मोह जाल की होया, जो तुहानूं दसता पहलां भी ठगियां मारनियां परिवारक मैंबरां वास्ते। परिवारक फर्ज पूरे करने, हर जीव अपने वर्गे हो जीव पैदा करता है, ऐसा परमात्मा जी का हुक्म है। बाणी च लिखिया है, माई बाप पुत्र सब हर के किए, सब ना कौ संबंध हर कर दिए। कहते माता पिता पुत धीआं सारे रिश्ते परमात्मा ने पाए है, फिर पवित्र है। देखो फैसले बाणी दे। पर पवित्र रिश्ता कदों हुंदा है? जदों ज्ञान की ऐनक चों वेखांगे, ज्ञान की ऐनक ला के वेखांगे जदों, फिर की, फिर पढ़ो बाणी की लिखिया है, मात पिता सुत बंधप भाई, नानक होआ पार ब्रह्म सहाई। कहते रिश्तियां चों भी रब दसन लग गया कि माता पिता चों रब देखना भी परमात्मा जी तुसी मैनू लोरियां दित्तियां, किस रूप च? माता दे रूप च। आहा, मां चो रब दसन लग गया, रिश्ता पवित्र। परमात्मा जी तुसी मैनू मोढियां ते चुक्की फिरे, किस रूप च? बाप दे रूप च। बोलो सतनाम। आ दृष्टि बन जे किते, किथे रह गया मोह जाल? रिश्ते किन्ने पवित्र हो गए, माता पिता चो रब देखना दिसदा। सोचो, मात पिता सुत, कि माता पिता ने बच्चों चो रब देखना। तांते बुजुर्ग हो गए, बच्चे सेवा ते परमात्मा का शुकराना करना कि परमात्मा जी हुण तुसीं ही मेरी सेवा कर रहे हो, मेरे मुख विच पा रहे हो, किस रूप च? नूहां पुत्तां दे रूप च। बोलो सतनाम। दिसदा नूह चो रब देखना, दिसदा दिसदा माइयां कि बगानी धी लगदी है, नूह चो रब दिसदा। ते जे नूह बगानी धी लगूगी फिर मां जी तू भी गल सुन ला, फिर नूह नूं तू बगानी बुढ़ी लगेगी। बोलो सतनाम। हाँ जी, जिही जी दृष्टि है फिर सीधी जी गल है जी, परिवार वाले गल्लां सिखो।
ਜੇ ਤੂੰ ਬਗਾਨੀ ਧੀ ਕਹੇਂਗੀ ਫਿਰ ਤੂੰ ਉਹਦੇ ਵਾਸਤੇ ਬਗਾਨੀ ਬੁੜੀ ਐ, ਫਿਰ ਤੂੰ ਕੀ ਨੇੜੇ ਲੱਗਦੀ ਐ? ਫਿਰ ਜਦੋਂ ਆਪਣਾਪਣ ਤਾਂ ਬਣਿਆ ਹੀ ਨਹੀਂਗਾ। ਤੇ ਨੂੰਹ ਚੋਂ ਰੱਬ ਦੇਖੇ ਤਾਂ ਫਿਰ ਦੇਖ ਕਿੰਨਾ ਰਿਸ਼ਤਾ ਪਵਿੱਤਰ ਬਣਦਾ। ਤੇ ਨੂੰਹ ਸੱਸ ਚੋਂ ਰੱਬ ਦੇਖੇ, ਦੋਨੇ ਪਾਸੇ ਗੱਲ ਹੈ। ਨੂੰਹ ਸੱਸ ਚੋਂ ਰੱਬ ਦੇਖੇ, ਸੱਸ ਨੂੰਹ ਚੋਂ ਰੱਬ ਦੇਖੇ, ਤੇ ਘਰ ਹੀ ਦੇਵਤਿਆਂ ਦਾ ਬਣ ਗਿਆ ਨਾ, ਘਰ ਸਵਰਗ ਬਣ ਗਿਆ ਨਾ, ਬੇਇੱਤਫਾਕੀ ਖਤਮ ਹੋ ਗਈ ਨਾ। ਸੋਚੋ, ਬਾਣੀ ਨੂੰ ਸਮਝੋ। ਤਾਂ ਤੇ ਏਦਾਂ ਪਤੀ ਪਤਨੀ ਚੋਂ ਰੱਬ ਦੇਖੇ, ਪਤਨੀ ਪਤੀ ਚੋਂ ਰੱਬ ਦੇਖੇ, ਵੀ ਤਲਾਕ ਤਾਂ ਹੋ ਹੀ ਨਹੀਂ ਸਕਦਾ। ਬੜਾ ਪਵਿੱਤਰ ਰਿਸ਼ਤਾ ਲਿਖਿਆ ਬਾਣੀ ਨੇ। ਕਹਿੰਦੇ ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਆਂ ਸੋਏ। ਕਹਿੰਦੇ ਅਸਲੀ ਪਤੀ ਪਤਨੀ ਉਹਨਾਂ ਨੂੰ ਕਿਹਾ ਜਾ ਸਕਦਾ, ਇਹਨਾਂ ਦੀਆਂ ਮੂਰਤਾਂ ਤਾਂ ਦੋ ਪਰ ਜੋਤ ਇੱਕ ਹੋ ਜਾਵੇ। ਬੋਲੋ ਸਤਿਨਾਮ। ਪਵਿੱਤਰ ਆਤਮਿਕ ਰਿਸ਼ਤਾ ਲਿਖਿਆ। ਸੋਚੋ ਕਿ ਜੇ ਸਵਾਰਥ ਆ ਜਾਵੇ, ਲੋਭ ਆ ਜਾਵੇ, ਰਿਸ਼ਤੇ ਦੀ ਪਵਿੱਤਰਤਾ ਨੂੰ ਜਾਣਿਆ ਨਹੀਂ, ਫਿਰ ਤਾਂ ਕਈ ਤਾਂ ਗਿਰ ਜਾਂਦੇ ਆ। ਗੱਲ ਚੱਲ ਰਹੀ ਸੀ, ਜੇ ਇਸ ਪਵਿੱਤਰਤਾ ਨੂੰ ਨਹੀਂ ਸਮਝਿਆ ਰਿਸ਼ਤਾ ਤਾਂ ਹੀ ਪਵਿੱਤਰ ਹੈ। ਪਵਿੱਤਰਤਾ ਨੂੰ ਸਮਝਿਆ ਜਾਵੇ, ਪਵਿੱਤਰਤਾ ਨੂੰ ਸਮਝਿਆ ਜਾਵੇ। ਜਿਸ ਤਰ੍ਹਾਂ ਕਿ ਬਾਣੀ ਵਿੱਚ ਲਿਖਿਆ, ਇੱਕ ਦੋ ਗੱਲਾਂ ਕਹਿ ਦੇਵਾਂ। ਪਵਿੱਤਰ ਰਿਸ਼ਤਾ ਵੀ ਮੰਨ ਲਓ ਭਾਈ ਤੇ ਕਹਿ ਲਓ, ਪਹਿਲਾਂ ਗੱਲ ਭਾਈ ਤੇ ਕਹਿ ਲਓ। ਜਿਹੜਾ ਇੱਥੇ ਗੱਲਾਂ ਸਿੱਧੀਆਂ ਸਪਸ਼ਟ ਜਿਹੀਆਂ ਕਰਨੀਆਂ ਆਪਾਂ। ਹੁਣ ਜੇ ਉਹ ਆਪਣੀ ਸੁਪਤਨੀ ਤੋਂ ਬਿਨਾਂ ਕਿਤੇ ਹੋਰ ਸੰਬੰਧ ਰੱਖਦਾ ਹੈ, ਉਦੋਂ ਬੇਈਮਾਨ ਬੰਦਾ ਕਿਹੜਾ ਹੈ, ਉਦੋਂ ਧੋਖੇਬਾਜ਼ ਕਿਹੜਾ ਹੈ। ਬੋਲੋ ਸਤਿਨਾਮ। ਉਦੋਂ ਧੋਖੇਬਾਜ਼ ਕਿਹੜਾ? ਸੋਚੋ ਜਰਾ, ਪਤਾ ਨਹੀਂ ਕਿੱਥੇ ਜਾ ਕੇ ਮਰਦਾ। ਫਿਰ ਤਾਂ ਲਿਖਿਆ ਨਾ, ਇਹ ਕਾਮੰਗ ਨਰਕ ਵਿਸਰਾਮੰਗ ਬਹੁਜੋਨੀ ਭਰਮਾਵਣ ਹੈ। ਪਤਾ ਨਹੀਂ ਕਿੱਥੇ ਜਾ ਕੇ ਮਰਦਾ। ਫਿਰ ਤਾਂ ਕਿੱਥੇ ਜਾ ਕੇ ਮਰਦਾ? ਬਾਣੀ ਦਾ ਫੈਸਲਾ ਪਤਾ ਨਹੀਂ ਕਿਹੜੇ ਨਰਕ ਵਿੱਚ ਜਾ ਕੇ ਡਿੱਗਦਾ। ਤੇ ਜਿਹੜੀ ਬੀਬੀ ਆਪਣੇ ਜੀਵਨ ਸਾਥੀ ਤੋਂ ਬਿਨਾਂ ਕਿਤੇ ਹੋਰ ਸੰਬੰਧ ਰੱਖਦੀ ਹੈ, ਤੇ ਉਦੋਂ ਵੱਡੀ ਪਾਪਣ ਕਿਹੜੀ ਹੈ? ਦੋ ਗੱਲ ਦੋਨਾਂ ਪਾਸੇ ਹੈ। ਰਿਸ਼ਤੇ ਦੀ ਪਵਿੱਤਰਤਾ ਰਹੀ ਨਹੀਂ ਕਿਸੇ ਦੀ। ਰਿਸ਼ਤੇ ਦੀ ਪਵਿੱਤਰਤਾ ਕਿੱਥੇ ਰਹੇਗੀ? ਤਾਂ ਤੇ ਭਾਈ ਕਿਸੇ ਬੀਬੀ ਦਾ ਕੰਤ ਕਹਾਉਣ ਦਾ ਤਾਂ ਹੱਕਦਾਰ ਹੈ ਜੋ ਆਪਣੀ ਸੁਪਤਨੀ ਤੋਂ ਬਿਨਾਂ ਹਰ ਇਸਤਰੀ ਵੱਡੀ ਉਮਰ ਹੈ ਤਾਂ ਉਹਨੂੰ ਕਿਵੇਂ ਦੇਖੇ ਵੀ ਆ ਤਾਂ ਮੇਰੀ ਮਾਂ ਵਰਗੀ ਹੈ, ਮੇਰੀ ਮਾਂ ਵੀ ਇਹੀ ਹੈ। ਦ੍ਰਿਸ਼ਟੀ ਕਿੱਦਾਂ ਦੀ ਹੋਵੇ ਸਾਡੀ? ਮੰਨ ਲਓ ਕੋਈ ਜਾਨੀ ਕਿ ਬਰਾਬਰ ਜੀ ਦੀ ਉਮਰ ਦੀ ਜਾਨੀ ਕਿ ਬੀਬੀ ਹੈ, ਕਿਸ ਰੂਪ ਚ ਦੇਖੇ? ਫਿਰ ਆਹ ਮੇਰੀ ਭੈਣ ਵਰਗੀ ਹੈ, ਮੇਰੀ ਭੈਣ ਵੀ ਇਹੀ ਹੈ। ਅੱਖਾਂ ਨੇ ਤਾਂ ਵੇਖਣਾ ਹੀ ਹੈ, ਅੱਖਾਂ ਕੋਈ ਬੰਦ ਨਹੀਂ ਹੁੰਦੀਆਂ। ਕੋਈ ਛੋਟੀ ਉਮਰ ਦੀ ਬੱਚੀ ਹੈ, ਆਹ ਮੇਰੀ ਧੀ ਵਰਗੀ ਹੈ, ਮੇਰੀ ਧੀ ਜਮੀ ਇਹੀ ਹੈ। ਇਹ ਦ੍ਰਿਸ਼ਟੀ ਹੈ, ਇਹ ਦ੍ਰਿਸ਼ਟੀ ਹੈ ਮਨੁੱਖ ਦੀ। ਆਪਣੀ ਸੁਪਤਨੀ ਤੋਂ ਬਿਨਾਂ ਹਰ ਇਸਤਰੀ ਵੱਡੀ ਉਮਰ ਹੈ ਮਾਤਾ ਜਾਣੇ, ਠੀਕ ਠੀਕ ਉਮਰ ਹੈ ਭੈਣ ਜਾਣੇ, ਛੋਟੀ ਉਮਰ ਧੀ ਜਾਣੇ। ਜਿਹਦੀ ਇਹ ਦ੍ਰਿਸ਼ਟੀ ਹੈ ਉਹ ਕਿਸੇ ਬੀਬੀ ਦਾ ਕੰਤ ਕਹਾਉਣ ਦਾ ਹੱਕਦਾਰ ਹੈ, ਦੂਜਾ ਹੱਕਦਾਰ ਹੀ ਨਹੀਂ। ਬੋਲੋ ਸਤਿਨਾਮ। ਸੋਚੋ ਕੀ ਲਿਖਿਆ ਬਾਣੀ ਚ, ਸੁਣਿਓ। ਕਿਆ ਗਲ ਆਇਓ ਭੂਸ਼ ਪਰ ਵੇਲ ਨਾ ਜੋਹੇ, ਕੰਤ ਤੋਂ ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ। ਕਹਿੰਦੇ ਕਿਆ ਗੱਲ ਆਇਓ ਭੂਸ਼, ਕੀ ਦੁਰਾਚਾਰੀ ਦੀਆਂ ਗੱਲਾਂ ਕਰਦਾ। ਗੁਰੂ ਜੀ ਕਹਿੰਦੇ ਉਹ ਕੀ ਭੂਸ਼ ਰਿਹਾ ਫਿਰਦਾ ਹੈ? ਤਾੜ ਕੇ ਕਹਿੰਦੇ ਨੇ ਗੁਰੂ ਪਿਤਾ ਜੀ, ਤਾੜਨਾ ਚ ਵੀ ਪਿਆਰ ਹੁੰਦਾ ਹੈ। ਉਹ ਕੀ ਭੂਸ਼ ਰਿਹਾ ਫਿਰਦਾ ਹੈ? ਪਸ਼ੂਆਂ ਕੇ ਬੰਦਾ ਹੈ? ਕੀ ਭੂਸ਼ ਰਿਹਾ ਫਿਰਦਾ ਹੈ? ਇਸ਼ਾਰਾ ਸਮਝ ਗਏ? ਪਸ਼ੂਆਂ ਕੇ ਬੰਦਾ ਹੈ। ਮਨੁੱਖ ਜਗਤ ਵਿੱਚ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਹੈ। ਕੀ ਭੂਸ਼ ਰਿਹਾ ਫਿਰਦਾ ਤੂੰ ਪਸ਼ੂਆਂ ਦੀ ਤਰ੍ਹਾਂ? ਕਿਆ ਗੱਲ ਆਇਓ ਭੂਸ਼ ਪਰ ਵੇਲ ਨਾ ਜੋਹੇ, ਕੰਤ ਤੂੰ ਤਾਂ ਕੰਤ ਹੈ ਕਿਸੇ ਬੀਬੀ ਦਾ ਜੇ ਤੂੰ ਹੋਰ ਕਿਸੇ ਬੇਲ ਨੂੰ ਨਾ ਤੱਕੇ। ਹੁਣ ਤਾਂ ਤੇ ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ। ਕਹਿੰਦੇ ਇਹ ਮਾਲਕ ਦੀ ਫੁੱਲਾਂ ਦੀ ਫੁਲਵਾੜੀ ਹੈ, ਤੈਨੂੰ ਤੇਰੇ ਹਿੱਸੇ ਦਾ ਫੁੱਲ ਮਿਲ ਗਿਆ, ਖਬਰਦਾਰ ਹੁਣ ਕਿਸੇ ਹੋਰ ਬੇਲ ਵੱਲ ਤੱਕਿਆ ਤਾਂ। ਕਿੰਨੇ ਸਪਸ਼ਟ ਉਪਦੇਸ਼ ਹੈ ਬਾਣੀ ਦੇ ਵਿੱਚ। ਤਾਂ ਤੂੰ ਇਹਦੀ ਬੀਬੀ ਨੂੰ ਕਹਿ ਦਿੱਤਾ, ਢੁੰਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਕਰੋ। ਰਿਸ਼ਤਿਆਂ ਦੀ ਰਿਸ਼ਤੇ ਬੜੇ ਪਵਿੱਤਰ ਨੇ, ਰਿਸ਼ਤੇ ਮੋਹਜਾਲ ਨਹੀਂ। ਕਈ ਜਿਹੜੇ ਘਰ-ਬਾਰ ਛੱਡ ਦਿੰਦੇ ਨਾ, ਡੇਰੇ ਬਣਾ ਕੇ ਬਹਿ ਜਾਂਦੇ ਆ, ਉਹ ਬਾਣੀ ਦੀ ਗਲਤ ਵਿਆਖਿਆ ਕਰਦੇ ਰਹਿੰਦੇ ਆ। ਭਾਈ ਤਾਂ ਮੋਹਜਾਲ ਹੈ, ਭਾਈ ਘਰ-ਬਾਰ ਛੱਡ ਦਿਓ, ਤੁਹਾਡੇ ਡੇਰੇ ਨੂੰ ਸਮਰਪਿਤ ਹੋ, ਸਾਡੇ ਨੂੰ ਬਚਿਓ ਇਹ ਜਿਹਾਂ ਤੋਂ, ਤੁਹਾਡੇ ਡੇਰੇ ਚ ਆ ਜਾਓ। ਭਾਈ ਮੋਹਜਾਲ ਨਾ, ਘਰ ਛੱਡਣਾ ਮੋਹਜਾਲ ਹੈ? ਮੋਹਜਾਲ ਛੱਡਣਾ ਕੀ ਪਰਿਵਾਰ ਚ ਰਹਿਣਾ ਮੋਹਜਾਲ ਹੈ? ਮੋਹਜਾਲ ਨਹੀਂ, ਚੱਜ ਨਹੀਂ ਆਇਆ ਤੈਨੂੰ ਜਿਉਣ ਦਾ। ਜਿਹੜੇ ਆਪਣੇ ਆਪ ਨੂੰ ਜਤੀ ਕਹਾਉਂਦੇ, ਘਰ-ਬਾਰ ਛੱਡ ਕੇ ਤੇ ਡੇਰੇ ਬਣਾ ਕੇ ਬਹਿ ਜਾਂਦੇ। ਫੈਸਲਾ ਸੁਣਿਓ ਬਾਣੀ ਦਾ ਕੀ ਹੈ। ਜਤੀ ਸਦਾ ਵਹਿ ਜੁਗਤ ਨਾ ਜਾਣਹਿ, ਛੱਡ ਵਾਹੇ ਘਰ-ਬਾਰ। ਤਾਂ ਜਤੀ ਕਹਾਉਂਦਾ ਘਰ-ਬਾਰ ਛੱਡੀ ਫਿਰਦਾ, ਜਿਉਣ ਦੀ ਜੁਗਤ ਨਹੀਂ ਜਾਣਦਾ, ਰੱਬ ਨਾਲ ਤਾਂ ਕਿੱਥੋਂ ਜੁੜ ਜੂ। ਬੋਲੋ ਸਤਿਨਾਮ। ਹਰ ਫੈਸਲਾ ਬਾਣੀ ਦਾ। ਘਰ-ਬਾਰ ਛੱਡੀ ਫਿਰਦਾ, ਸੰਤ ਬਣ ਗਿਆ, ਬਾਬਾ ਬਣ ਗਿਆ, ਸੰਨਿਆਸੀ ਤਪਸਵੀ ਬਣ ਗਿਆ, ਘਰ ਛੱਡੀ ਫਿਰਦਾ, ਬਣ ਗਿਆ ਕੁਛ ਨਹੀਂ ਬਣਿਆ। ਸੋਚੋ, ਇਸ ਕਰਕੇ ਗੱਲ ਚੱਲੀ ਸੀ ਰਹਿਣਾ ਪਰਿਵਾਰ ਚ ਹੈ।
ਫਰਜ਼ ਪੂਰੇ ਕਰਨੇ ਨੇ, ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ। ਸੋਚੋ, ਪਤੀ ਪਤਨੀ, ਬੀਬੀ ਆਪਣੇ ਘਰ ਵਾਲੇ ਚੋਂ ਰੱਬ ਦੇਖੇ, ਭਾਈ ਆਪਣੇ ਘਰ ਵਾਲੀ ਚੋਂ ਰੱਬ ਦੇਖੇ, ਦੇਖੋ ਫਿਰ ਕੀ ਪਵਿੱਤਰ ਰਿਸ਼ਤਾ ਬਣਦਾ ਹੈ। ਮਾਤਾ ਪਿਤਾ ਬੱਚਿਆਂ ਚੋਂ ਰੱਬ ਦੇਖਣ, ਬੱਚੇ ਮਾਤਾ ਪਿਤਾ ਚੋਂ ਰੱਬ ਦੇਖਣ। ਇਹ ਨਹੀਂ ਵੀ ਕਿਸੇ ਵੱਖਰੇ ਰੱਬ ਨੂੰ ਮਿਲਣਾ, ਸਾਡੇ ਵਿੱਚ ਹੀ ਵਸਦਾ ਹੈ, ਅਸੀਂ ਕਿਸੇ ਵੱਖਰੇ ਰੱਬ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਵੱਖਰਾ ਕਿਤੇ ਨਹੀਂ ਮਿਲਣਾ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਬਾਸ। ਇਸ ਕਰਕੇ ਹੁਣ ਇਹ ਗੱਲਾਂ ਨੂੰ ਆਪਾਂ ਸਮਝ ਲਿਆ, ਚੰਗੀ ਤਰ੍ਹਾਂ ਦ੍ਰਿੜ ਕਰ ਲਓ, ਬਾਰ-ਬਾਰ ਦ੍ਰਿੜ ਕਰ ਲਓ। ਨੂੰ ਸੱਸ ਨੂੰ ਚੋਂ ਦੇਖੇ ਰਿਸ਼ਤਾ ਪਵਿੱਤਰ ਹੋ ਗਿਆ, ਰਿਸ਼ਤਾ ਪਵਿੱਤਰ ਹੋ ਗਿਆ। ਏਦਾਂ ਇਹ ਰਿਸ਼ਤੇ ਬੜੇ ਪਵਿੱਤਰ ਨੇ। ਜਦੋਂ ਬਾਣੀ ਦਾ ਗਿਆਨ ਆ ਜਾਂਦਾ ਹੈ, ਮੋਹ ਦਾ ਭੂਤ ਤਾਂ ਵਸ ਵਿੱਚ ਆ ਗਿਆ। ਜਦੋਂ ਮੋਹ ਦਾ ਭੂਤ ਵਸ ਵਿੱਚ ਆ ਗਿਆ, ਕੀ ਹੋਇਆ, ਰਿਸ਼ਤਿਆਂ 'ਚ ਰੱਬ ਦੇਖਣਾ ਸ਼ੁਰੂ ਕਰ ਦਿੱਤਾ, ਦ੍ਰਿਸ਼ਟੀ ਬਦਲ ਗਈ। ਉਹ ਮਨੁੱਖਤਾ ਵਾਸਤੇ ਵੀ ਜਿਉਂਦਾ ਹੈ, ਰਿਸ਼ਤਿਆਂ ਦੇ ਵਿੱਚੋਂ ਵੀ ਪ੍ਰਮਾਤਮਾ ਵੇਖਦਾ। ਇਹ ਨਹੀਂ ਵੀ ਉਹ ਮੋਹ ਜਾਲ ਵਿੱਚ ਪੈ ਕੇ ਲੋਕਾਂ ਨੂੰ ਲੁੱਟ ਕੇ ਘਰੇ ਲਿਆਈ ਜਾਊਗਾ, ਨਾ। ਸੋ ਏਦਾਂ ਹਰ ਗੱਲ ਨੂੰ ਸਮਝਾਂਗੇ। ਨਹੀਂ, ਭੂਤ ਹੈ, ਮੋਹ ਦਾ ਭੂਤ ਸਵਾਰ ਹੋ ਗਿਆ, ਠੱਗੀਆਂ ਮਾਰਦੇ ਮਰ ਜਾਂਦੇ ਆ ਪਰਿਵਾਰ ਵਾਸਤੇ, ਮੋਹ ਜਾਲ ਚ ਫਸੇ ਰਹੇ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੋਬੀ ਅਲੇ। ਸੋ ਏਦਾਂ ਹਰ ਗੱਲ ਨੂੰ ਬਾਣੀ ਵਿੱਚੋਂ ਸਮਝਣਾ ਹੈ। ਬਾਣੀ ਇੱਥੀ ਵਸ ਨਹੀਂ, ਫਿਰ ਅੱਗੇ ਵੀ ਤੁਰੋ। ਉਦੋਂ ਏਦਾਂ ਪਰਿਵਾਰਕ ਰਿਸ਼ਤਿਆਂ ਚੋਂ ਰੱਬ ਵੇਖਣਾ, ਫਿਰ ਅੱਗੇ ਆ ਜਾਓ। ਮੰਨ ਲਓ ਦੁਕਾਨਦਾਰ ਹੈ, ਗਾਹਕ ਚੋਂ ਰੱਬ ਦੇਖਣਾ। ਗਾਹਕ ਆ ਰਿਹਾ ਨਾ, ਕੀ ਦੇਖਣਾ, ਗਾਹਕ ਚੋਂ ਰੱਬ ਦੇਖਣਾ ਵੀ ਪਰਮਾਤਮਾ ਜੀ ਗਾਹਕ ਦੇ ਰੂਪ ਦੇ ਵਿੱਚ ਮੈਨੂੰ ਰਿਜ਼ਕ ਦੇਣ ਆ ਰਹੇ ਹੈ, ਗਾਹਕ ਦੇ ਰੂਪ 'ਚ ਰਿਜ਼ਕ ਦੇਣ ਆ ਰਹੇ ਹੈ। ਗਾਹਕ ਨੂੰ ਏਦਾਂ ਅਟੈਂਡ ਕਰ ਜਿਵੇਂ ਰੱਬ ਨੂੰ ਅਟੈਂਡ ਕਰੀਦਾ। ਬੋਲੋ ਸਤਨਾਮ। ਜੇ ਗਾਹਕ ਚੋਂ ਰੱਬ ਦੇਖਣ ਲੱਗ ਗਿਆ, ਫਿਰ ਗਾਹਕ ਨੂੰ ਗਲਤ ਚੀਜ਼ ਤਾਂ ਦਿੱਤੀ ਨਹੀਂ ਜਾਣੀ। ਰੱਬ ਨੂੰ ਗਲਤ ਚੀਜ਼, ਨਕਲੀ ਖੋਆ ਦੇ ਦੇਂਗੇ ਰੱਬ ਨੂੰ, ਨਕਲੀ ਪਨੀਰ, ਮਿਲਾਵਟ ਵਾਲੀ ਚੀਜ਼। ਬਣਦਾ ਨਫਾ ਤਾਂ ਲੈਣੀ, ਉਹ ਤਾਂ ਪ੍ਰੋਫਿਟ ਹੈ ਬਈ, ਉਹ ਤਾਂ ਲੈਣੀ ਹੈ ਖਰਚੇ ਕੱਢ ਕੇ, ਕਿਰਤਾ ਤਾਂ। ਤੇ ਜੇ ਹੁਣ ਜੇ ਦੁਕਾਨਦਾਰ ਗਾਹਕ ਚੋਂ ਰੱਬ ਦੇਖਣ ਲੱਗ ਜਾਣ, ਮੇਰੇ ਖਿਆਲ ਸਾਰੀ ਮਿਲਾਵਟਬਾਜ਼ੀ ਅੱਜ ਹੀ ਖਤਮ ਹੋ ਜੂ। ਰੱਬ ਨੂੰ ਕੌਣ ਮੰਨਦਾ, ਰੱਬ ਨੂੰ ਕੌਣ 10-20 ਮਿੰਟ ਤਾਂ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਹਰੇਕ ਹੀ ਕਰ ਲੂ, ਪਰ ਰੱਬ ਨੂੰ ਦੇਖਣਾ ਮੁਸ਼ਕਲ ਹੈ ਨਾ। ਬੋਲੋ ਸਤਨਾਮ। ਦੇਖਿਆ ਨਾ, ਰਾਮ ਰਾਮ ਕਰਤਾ ਸਭ ਜਗ ਫਿਰਿਆ, ਰਾਮ ਨਾ ਪਾਇਆ ਜਾਏ। ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਰੱਬ ਨੂੰ ਮੰਨਿਆ ਵੀ ਹੈ, ਕਹੀ ਹੈ ਕੱਲਾ, ਮੂੰਹ ਤੋਂ ਕਹੀ ਹੈ ਕੱਲਾ, ਮੰਨਿਆ ਵੀ ਹੈ ਰੱਬ ਨੂੰ। ਗਾਹਕ ਚੋਂ ਰੱਬ ਦੱਸਦਾ, ਜੇ ਦੱਸਣ ਲੱਗ ਜੇ ਫਿਰ ਤਾਂ ਗੱਲ ਹੀ ਬਣ ਜੇ, ਗੱਲ ਹੀ ਬਣ ਜੇ। ਮੁਲਾਜ਼ਮ ਜੇ ਦਫ਼ਤਰ ਵਿੱਚ ਹੈ, ਜਿਹੜਾ ਦਫ਼ਤਰ ਵਿੱਚ ਕੋਈ ਕੰਮ ਆਇਆ, ਉਹ ਵਿੱਚੋਂ ਰੱਬ ਦੇਖ, ਫਿਰ ਪ੍ਰਮਾਤਮਾ ਨੇ ਮੈਨੂੰ ਡਿਊਟੀ ਦਿੱਤੀ ਹੈ, ਪ੍ਰਮਾਤਮਾ ਹੀ ਹੁਣ ਇਹਦੇ ਰੂਪ ਦੇ ਵਿੱਚ ਕੰਮ ਕਰਾਉਣ ਆਇਆ, ਹੁਣ ਮੈਂ ਕੰਮ ਕਰਦੇ ਆ। ਰਿਸ਼ਵਤਖੋਰੀ ਖਤਮ। ਜੇ ਮੁਲਾਜ਼ਮਾਂ ਨੂੰ ਦੱਸਣ ਲੱਗ ਜੇ ਰੱਬ ਦੱਸਦਾ। ਸੋਚੋ, ਇਸ ਤਰ੍ਹਾਂ ਗੱਲ ਚੱਲੀ ਸੀ। ਮਾਲਕ ਕਾਮੇ ਚੋਂ ਕੰਮ, ਮਾਲਕ ਚੋਂ ਰੱਬ ਦੇਖੇ। ਕਾਮੇ ਤੇ ਮਾਲਕ ਆਪਾਂ ਸਾਰੇ ਹੀ ਹੈ, ਭਾਵ ਕਿ ਆਪਾਂ ਕਿਤੇ ਕੰਮ ਕਰਦੇ ਹਾਂ ਤਾਂ ਆਪਾਂ ਕਾਮੇ ਹੈ, ਉਹ ਮਾਲਕ ਹੈ। ਆਪਾਂ ਮੰਨ ਲਓ ਕੋਈ ਕੰਮ ਕਰੇ, ਮੰਨ ਲਓ ਮਕਾਨ ਪਾਉਣੇ ਆਪਾਂ, ਉਸ ਵੇਲੇ ਆਪਾਂ ਮਾਲਕ ਹੈ, ਮਿਸਤਰੀ ਕੰਮ ਹੈ, ਜਾਂ ਹੋਰ ਜੋ ਇਦਾਂ ਵੱਖ-ਵੱਖ ਥਾਵਾਂ ਤੇ ਬਦਲ ਜਾਂਦਾ ਨਾ, ਕਾਮੇ ਵੀ ਆਪਾਂ ਮਾਲਕ ਵੀ ਹੈ। ਹੁਣ ਫਰਜ਼ ਕਰੋ ਮਾਲਕ ਕਾਮੇ ਚੋਂ ਰੱਬ ਦੇਖਣ ਲੱਗ ਜੇ, ਤੇ ਫਿਰ ਪ੍ਰਸ਼ਾਦਾ ਆਪਦੇ ਨਾਲ ਦੇ ਹੀ ਛਕਾਊਗਾ, ਕਿਉਂਕਿ ਉਹ ਸੋਚੂ ਵੀ ਤਾਂ ਪਰਮਾਤਮਾ ਜੀ ਇਸ ਰੂਪ ਦੇ ਵਿੱਚ ਆਪ ਹੀ ਕੰਮ ਸਵਾਰ ਰਹੇ ਹੈ, ਤੇ ਕਾਮੇ ਨੇ ਮੇਰੇ ਨੂੰ ਵੀ ਵੱਧ ਕੀਤਾ ਹੈ, ਇਸ ਕਰਕੇ ਮੈਂ ਇਹਨੂੰ ਆਪਣੇ ਤੋਂ ਵੀ ਵਧੀਆ ਪ੍ਰਸ਼ਾਦਾ ਛਕਾਵਾਂ। ਫਿਰ ਆਏ ਨਹੀਂ ਵੀ ਮੈਂ ਚੋਪੜ ਕੇ ਖਾ ਲੈਣ, ਮਨ ਚੋਪੜੀ ਗਾ ਤੇ ਰੱਬ ਦਿਸਦਾ। ਦੇਖਣਾ ਰੱਬ ਕੌਣ ਮੰਨਦਾ ਰੱਬ ਨੂੰ? ਪੱਠੇ ਨੇ ਪਾਏ, ਸਾਰਾ ਕੁਛ ਕੀਤਾ, ਦੁੱਧ ਦਿੱਤਾ, ਮੈਨੂੰ ਦੁੱਧ ਕਿਉਂ ਨਹੀਂ ਪਿਆ? ਰੱਬ ਦੱਸਦਾ ਕੰਮ ਚੋਂ, ਤੂੰ ਦਹੀਂ ਨਾਲ ਰੋਟੀ ਖਾਧੀ, ਇਹਨੂੰ ਦਹੀਂ ਖਾਦੇ ਨਹੀਂ ਬਾਈ, ਦੱਸਦਾ ਰੱਬ। ਜਿਹਦੇ ਕਾਮੇ ਚੋਂ ਰੱਬ ਦੱਸਣ ਲੱਗ ਗਿਆ, ਸਾਰਾ ਢਾਂਚੇ ਸਪਸ਼ਟ ਠੀਕ ਹੋ ਜੂਗਾ। ਸੋਚੋ, ਤੇ ਕਾਮਾ ਮਾਲਕ ਚੋਂ ਦੇਖੇ, ਦੋਨੇ ਪਾਸੇ ਹੈ ਗੱਲਾਂ। ਜੇ ਕਾਮਾ ਮਾਲਕ ਚੋਂ ਵੇਖੂਗਾ ਰੱਬ, ਉਹ ਵੀ ਸਾਰਾ ਠੀਕ ਠਾਕ ਕੰਮ ਕਰੂ, ਉਹ ਵੀ ਕੋਸ਼ਿਸ਼ ਨਹੀਂ ਕਰੂ ਮੈਂ ਟਾਈਮ ਜਿਹਾ ਪਾਸ ਕਰਦੇ ਆ। ਬੋਲੋ ਸਤਨਾਮ। ਗੱਲਾਂ ਦੋਨੇ ਪਾਸੇ, ਇੱਕ ਪਾਸੇ ਗੱਲ ਨਹੀਂ। ਸੋਚੋ ਜਰਾ, ਇਸ ਕਰਕੇ ਏਦਾਂ ਇਹਨਾਂ ਗੱਲਾਂ ਨੂੰ ਸਮਝਣਾ ਹੈ। ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਰੱਬ ਨੂੰ ਮਿਲਣਾ ਤਾਂ ਦੇਖ ਲਓ। ਕਾਮੇ ਚੋਂ ਨਹੀਂ ਦਿਖਦਾ, ਮੁਸ਼ਕਲ ਹੈ ਰੱਬ ਮਿਲਣਾ, ਮੁਸ਼ਕਲ ਹੈ। ਮਾਤਾ ਪਿਤਾ ਜੋ ਰੱਬ ਦਿਸਦਾ ਨਹੀਂ ਦਿਸਦਾ, ਤਾਂ ਤੇ ਇਹ ਗੱਲਾਂ ਸਮਝਣੀਆਂ। ਚਲੋ ਸਮਝ ਲਿਆ ਆਪਾਂ ਕਾਫੀ ਕੁਛ। ਤਾਂ ਤੇ ਗੱਲ ਚੱਲਦੀ ਸੀ ਕਿੱਥੇ, ਕਿ ਇਦਾਂ ਬਸਕ ਵਿੱਚ ਕਰਨਾ ਹੈ। ਜਿੰਨੀ ਦੇਰ ਆਪਾਂ ਯਾਨੀ ਕਿ ਲੋਭੀ ਸਵਾਰਥੀ ਹਾਂ, ਮੋਹ ਰੂਪ ਦੇ ਵਿੱਚ ਮੋਹ ਜਾਲ ਚ ਫਸੇ ਹਾਂ, ਪਰਿਵਾਰਕ ਰਿਸ਼ਤੇ ਵੀ ਸਵਾਰਥ ਦੇ ਵਿੱਚ, ਲੋਭ ਦੇ ਵਿੱਚ ਹੈ, ਬਾਹਰੀ ਰਿਸ਼ਤਾ ਵੀ, ਦੁਕਾਨ ਗਾਹਕ ਦਾ ਮਾਲ, ਉਹ ਵੀ ਲੋਭ ਸਵਾਰਥੀ ਰਿਸ਼ਤੇ ਬਣੇ ਹੋਏ ਆ ਸਾਰੇ। ਫਿਰ ਤਾਂ ਫਿਰ ਕੁਛ ਨਹੀਂ, ਫਿਰ ਤਾਂ ਭੂਤ ਚੰਬੜਿਆ ਹੋਇਆ ਮੋਹ ਦਾ, ਏਦਾਂ ਹੀ ਮਰ ਜਾਣੇ ਅਸੀਂ ਚਿੱਕੜ 'ਚ। ਜਦੋਂ ਖੁੱਲੂਗੀ ਦ੍ਰਿਸ਼ਟੀ ਫਿਰ ਪਤਾ ਲੱਗਣਾ ਹੈ।
ਇਸ ਕਰਕੇ ਇਹ ਭੂਤ ਕਾਬੂ ਆ ਗਿਆ ਨਾ, ਤੇ ਫਿਰ ਹੰਕਾਰ ਦਾ, ਜੇ ਤਾਂ ਹੰਕਾਰ ਦਾ ਭੂਤ ਸਵਾਰ ਹੋ ਗਿਆ ਆਪਣੇ ਤੇ, ਫਿਰ ਤਾਂ ਆਪਾਂ ਮੈਂ ਮੇਰੀ ਚ ਮਰ ਜਾਂਦੇ ਹਾਂ, ਮੇਰੀ ਮੇਰੀ ਕਰਤੇ ਜਨਮ ਗਇਓ। ਤਾਂ ਤੇ ਜੇ ਹੰਕਾਰ ਦੇ ਭੂਤ ਨੂੰ ਕਾਬੂ ਕਰ ਲਿਆ, ਫਿਰ ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ, ਨਿਸ਼ਚਾ, ਦ੍ਰਿੜਤਾ, ਪਰਪੱਕਤਾ, ਇਹ ਹੰਕਾਰ ਦਾ ਭੂਤ ਕੰਮ ਕਾਹਦਾ ਕੰਮ ਜਾਂਦਾ ਸਮਝ ਗਏ ਨਾ। ਆਤਮ ਵਿਸ਼ਵਾਸ ਜਿਵੇਂ ਖਿਡਾਰੀ ਚ ਹੋਣਾ ਚਾਹੀਦਾ ਕਿ ਵੀ ਐਤਕੀ ਤਰ੍ਹਾਂ ਆਪਣਾ ਖੇਡ ਦੇ ਮੈਦਾਨ ਚ ਨਾ ਪਿਛਲੇ ਰਿਕਾਰਡ ਚ ਤੋੜ ਦੇਣੇ ਆ ਸਭ। ਬੋਲੋ ਸਤਨਾਮ। ਵੀ ਚੰਗੀ ਸ਼ੁੱਧ ਮੈਂ ਹੈ, ਕੋਈ ਮਾੜੀ ਗੱਲ ਤਾਂ ਹੈ ਨਹੀਂ। ਵੀ ਫਿਰ ਅਭਿਆਸ ਹੁੰਦਾ, ਵੇਟ ਲਿਫਟਿੰਗ ਕਰਦਾ ਪੂਰੀ ਪੇਟ, ਕਿਉਂ ਕਹਿੰਦੇ ਤੋੜ ਦੇਣੇ ਤੇ ਰਿਕਾਰਡ ਯਾਰ ਪਿਛਲੇ। ਭੂਤ ਤੋਂ ਕੰਮ ਲਿਆ ਜਾ ਰਿਹਾ ਹੈ। ਵਿਦਿਆਰਥੀ ਵਿੱਚ ਨਹੀਂ ਹੋਣੀ ਚਾਹੀਦੀ, ਸ਼ੁੱਧ ਮੈਂ ਹੋਣੀ ਚਾਹੀਦੀ ਹੈ। ਹੰਕਾਰ ਦਾ ਭੂਤ ਕੰਮ ਦਿੰਦਾ ਹੈ, ਕੰਮ ਲੈ ਲਓ ਤੋਂ ਕੀ ਵਿਦਿਆਰਥੀ ਵਿੱਚ ਇਹ ਭਾਵ ਹੋਣਾ ਚਾਹੀਦਾ ਹੈ ਐਤਕੀ ਤਾਂ ਆਪਣਾ ਟੌਪ ਕਰਨਾ ਹੈ, ਮੈਰਿਟ ਲਿਸਟ ਵਿੱਚ ਆਉਣਾ, ਸਾਰਿਆਂ ਤੋਂ ਵੱਧ ਨੰਬਰ ਲੈਣੇ, ਕੰਪੀਟੀਸ਼ਨ ਜਿੱਤਣਾ ਹੋਣੀ ਚਾਹੀਦੀ। ਅੱਧੀ ਰਾਤ ਤੱਕ ਪੜ੍ਹਾਈ ਕਰਾਊਗੇ ਇਹ ਭੂਤ। ਫਿਰ ਭੂਤ ਕਾਬੂ ਕਰ ਲਿਆ ਨਾ, ਕੀ ਬਣ ਗਿਆ ਵੀ ਟੌਪ ਕਰਨਾ ਹੈ, ਮੈਰਿਟ ਲਿਸਟ ਵਿੱਚ ਆਉਣਾ ਹੈ। ਵਿਦਿਆਰਥੀ ਸੁਣ ਲਓ, ਦੇਖ ਫੇ ਕਿਵੇਂ ਪੜ੍ਹਾਈ ਹੁੰਦੀ ਹੈ, ਦੇਖ ਫੇ ਪੜ੍ਹਾਈ ਕਿਵੇਂ ਹੁੰਦੀ ਹੈ। ਤੇ ਏਦਾਂ ਇਹ ਸ਼ੁੱਧ ਮੈਂ ਹੈ ਕਹਿਣ ਦਾ ਭਾਵ, ਸ਼ੁੱਧ ਮੈਂ ਸਮਝ ਲਓ, ਮੈਂ ਦੇ ਭੂਤ ਨੂੰ ਕਾਬੂ ਕਰ ਲਿਆ ਨਾ, ਬਸ ਫਿਰ ਸ਼ੁੱਧ ਮੈਂ ਵੀ ਕੰਮ ਦਿੰਦੀ ਹੈ। ਸ਼ੁੱਧ ਜਿਵੇਂ ਦਸ਼ਮੇਸ਼ ਪਿਤਾ ਜੀ ਕਹਿੰਦੇ 1.25 ਲੱਖ ਸੇਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਆਪਣਾ ਨਾਂ ਲੈ ਕੇ ਜੁਰਤ ਨਾਲ ਗੱਲ ਕਹਿਣੀ। ਇਹ ਕੀ ਹੈ? ਇਹ ਹੰਕਾਰ ਨਹੀਂ ਕਿਤੇ ਭੁਲੇਖਾ ਖਾ ਜਾਓ, ਇਹ ਹੰਕਾਰ ਦਾ ਸ਼ੁੱਧ ਰੂਪ ਹੈ। ਆਤਮ ਵਿਸ਼ਵਾਸ। ਤੇ ਫਿਰ ਦੇਖ ਸ਼ੇਸ਼ੇ ਸਿੰਘ ਕਿਵੇਂ ਚਮਕੌਰ ਦੇ ਜੰਗ ਚ 10 ਲੱਖ ਦੇ ਮੁਕਾਬਲੇ ਤੇ ਆ ਗਏ। ਜੁਰਤ ਨਾਲ ਗੱਲ ਕਹਿਣੀ, ਸੱਚੀ ਗੱਲ ਕਹਿਣੀ, ਜੁਰਤ ਦੇ ਨਾਲ ਸ਼ੁੱਧ ਮੈਂ। ਜਿਵੇਂ ਪਹਾੜ ਗਿਆ ਕਿ ਪਤਾ ਕੀ ਕਹਿੰਦੇ ਦਸ਼ਮੇਸ਼ ਪਿਤਾ ਜੀ ਨੂੰ ਆ ਕੇ, ਕਹਿੰਦੇ ਜੀ ਅਸੀਂ ਵੀ ਅੰਮ੍ਰਿਤ ਛਕ ਲੈਣੇ ਆ, ਪਰ ਅਸੀਂ ਝੋਰ ਨਾਈ ਸ਼ੀਂਬੇ ਚਮਾਰ ਮਜਵੀਆਂ ਨਾਲ ਨਹੀਂ ਛਕਣਾ, ਸਾਡਾ ਬਾਟਾ ਅੱਡ ਤਿਆਰ ਕਰ ਦਿਓ। ਪਹਾੜੀਏ ਕਹਿੰਦੇ। ਦਸ਼ਮੇਸ਼ ਪਿਤਾ ਜੀ ਕਹਿੰਦੇ ਗੱਲ ਸੁਣ ਲਓ, ਸੱਚੀ ਗੱਲ ਜੁਰਤ ਨਾ ਕਹਿਣੀ, ਝੂਠ ਨਾਲ ਸਮਝੌਤਾ ਨਹੀਂ ਕਰਨਾ। ਗੁਰੂ ਜੀ ਕਹਿੰਦੇ ਗੱਲ ਸੁਣ ਲਓ, ਜਾਤ ਦੇ ਹੰਕਾਰੀਓ, ਜੇ ਤੁਸੀਂ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਨਹੀਂ, ਅਸੀਂ ਤੁਹਾਨੂੰ ਸਿੱਖ ਬਣਾਉਣ ਨੂੰ ਤਿਆਰ ਨਹੀਂ। ਜਾਤ ਦਾ ਹੰਕਾਰੀ ਤਾਂ ਸਿੱਖ ਹੋ ਹੀ ਨਹੀਂ ਸਕਦਾ। ਬੋਲੋ ਸਤਨਾਮ। ਕਰ ਦਿਓ ਅੱਡ ਬਾਟਾ ਤਿਆਰ ਇਹਨਾਂ ਦਾ, ਅਸੀਂ ਕੋਈ ਗਿਣਤੀ ਨਹੀਂ ਪੂਰੀ ਕਰਨੀ। ਜਾਂ ਤੁਰ ਜਾਓ, ਬਾਟਾ ਵੰਡਦੀ ਹੈ ਤੁਹਾਡੇ ਮਗਰ ਲੱਗ ਕੇ। ਅੱਜ ਤਾਂ ਸਾਡੇ ਨਕਲੀ ਬਾਬਿਆਂ ਨੇ ਬਾਟੇ ਵੰਡਤੇ। ਸੱਚੀ ਗੱਲ ਕਹਿਣੀ ਭੈਣ ਜੀ, ਸਾਡੇ ਨਕਲੀ ਬਾਬੇ ਨੇ ਤਾਂ ਬਾਟੇ ਵੰਡਤੇ। ਛੱਡਿਆ ਕੀ ਆ ਸਿੱਖੀ ਦਾ? ਅਸੀਂ ਠੇਕੇਦਾਰ ਨਵੇਂ ਪੈਦਾ ਹੋ ਗਏ। ਦਸ਼ਮੇਸ਼ ਪਿਤਾ ਕਹਿੰਦੇ ਬਾਟਾ ਨਹੀਂ ਅਸੀਂ ਵੰਡਣਾ, ਤੁਰ ਜਾਓ ਇੱਥੋਂ, ਕਰ ਦਿਓ ਅੱਡ ਬਾਟਾ ਤਿਆਰ ਇਹਨਾਂ ਦਾ, ਜੋ ਲੱਗੇ ਨਾ ਜਾਣ। ਗੁਰੂ ਸਾਹਿਬ ਕਹਿੰਦੇ ਗੱਲ ਸੁਣ ਲਓ ਜਾਤ ਦੇ ਹੰਕਾਰੀ, ਇੱਕ ਗੱਲ ਹੋਰ ਸੁਣ ਕੇ ਜਾਇਓ। ਜਾ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਗੱਲ ਸੁਣ ਲਓ ਜਾਤ ਦੇ ਹੰਕਾਰੀਓ, ਜਿਨ੍ਹਾਂ ਨੂੰ ਝੋਰ ਨਾਈ ਸ਼ੀਂਬੇ ਚਮਾਰ ਪਰਖਦੇ ਹੋ ਕਿਰਤੀਆਂ ਨੂੰ, ਇਹਨਾਂ ਕਿਰਤੀਆਂ ਨੂੰ ਨਾ ਸਰਦਾਰ ਬਣਾ ਕੇ ਗੋਬਿੰਦ ਸਿੰਘ ਕਹਾਉਂਗਾ। ਤੁਹਾਡੇ ਜਾਤ ਦੇ ਹੰਕਾਰਨ ਦੀ ਲੋੜ ਨਹੀਂ, ਤੁਸੀਂ ਤੁਰ ਜਾਓ ਇੱਥੋਂ। ਬੋਲੋ ਸਤਨਾਮ। ਹੁਣ ਦੇਖਣ ਨੂੰ ਤਾਂ ਲੱਗੂ ਵੀ ਯਾਰ ਹੰਕਾਰ ਹੈ, ਹੰਕਾਰੀ ਨਹੀਂ। ਤੁਸੀਂ ਤੁਰ ਜਾਓ, ਗੁਰੂ ਜੀ ਕਹਿੰਦੇ ਇੱਥੋਂ। ਅਸੀਂ ਗਿਣਤੀ ਨਹੀਂ ਪੂਰੀ ਕਰਨੀ, ਕੋਈ ਰੰਗ ਲਾ ਦੇਵਾਂਗੇ, ਸਿੱਖ ਬਣ ਕੇ ਜਾਤ ਦਾ ਹੰਕਾਰ ਛੱਡਣਾ ਨਹੀਂਗਾ। ਵੰਡ ਦਿਓ ਬਾਟਾ ਪਹਿਲਾਂ ਹੀ ਇਹਨਾਂ ਵਾਸਤੇ, ਮੁਫਤ ਤੁਰ ਜਾਓ ਇੱਥੋਂ, ਅਸੀਂ ਕੋਈ ਗਿਣਤੀ ਪੂਰੀ ਕਰਨੀ ਹੈ। ਸਮਝੋ ਭੂਤ ਕਿਵੇਂ ਕਾਬੂ ਹੁੰਦੇ ਨੇ, ਭੂਤ ਬਾਤ ਕਾਬੂ ਹੁੰਦੇ ਨੇ। ਇਸ ਕਰਕੇ ਇਹ ਨੁਕਤੇ ਸਮਝ ਗਏ। ਤਾਂ ਤੇ ਇਹਨੇ ਭੂਤ ਜੇ ਤਾਂ ਕਾਬੂ ਕਰ ਲਏ, ਪੰਜੇ ਕਾਮ ਕਦ ਲੋ ਮੋਹ ਕਾ ਬੜਾ ਕੰਮ ਦਿੰਦੇ ਨੇ। ਕਦੋਂ? ਜਦੋਂ ਸ਼ਬਦ ਰਾਹੀਂ ਲਾਗੇ ਲੜ ਮਾਲਕ ਦੇ। ਹੋਰ ਬਾਣੀ ਸੁਣੋ, ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਵਾਗ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਵੇਰਾ। ਕਹਿੰਦੇ ਜਦੋਂ ਸ਼ਬਦ ਰਾਹੀਂ ਨਾ ਗੁਰੂ ਦੇ ਗਿਆਨ ਰਾਹੀਂ ਲੱਗੇ ਲੜ ਪਰਮਾਤਮਾ ਦੇ, ਆਏ ਪ੍ਰਭ ਪੈ ਅੰਚਰ ਲਾਗ, ਅੰਚਰ ਪੱਲੇ ਲੱਗ ਗਏ ਨਾ, ਜੁੜ ਗਏ ਮਾਲਕਾਂ। ਕਹਿੰਦੇ ਕਰੋ ਤਪਾਵਸ ਪ੍ਰਭ ਸਰਵਾਗ, ਬੇਨਤੀ ਕੀਤੀ ਸਰਬੱਗ ਪਰਮਾਤਮਾ ਜੀਓ ਇੱਕ ਬਖਸ਼ਿਸ਼ ਕਰੋ, ਕਰੋ ਤਪਾਵਸ ਇੱਕ ਨਿਆਂ ਕਰੋ। ਪ੍ਰਭ ਸਰਵਾਗ, ਪ੍ਰਭ ਹੱਸ ਬੋਲੇ ਕੀਏ ਨਿਆਂ, ਪਰਮਾਤਮਾ ਨੇ ਹੱਸ ਕੇ ਨਾ ਨਿਆਂ ਕਰਤਾ। ਰੱਬ ਵੀ ਹੱਸਦਾ ਉਹਦੇ ਪੈਰਾਂ ਨਾਲ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਉਹਨੇ ਐਸੀ ਕਿਰਪਾ ਕਰਤੀ, ਨਿਆਂ ਕਰਤਾ। ਆ ਜਿਹੜੇ ਪੰਜ ਦੂਤ ਕਾਮ ਕਦੋਂ ਹੰਕਾਰ ਤੰਗ ਕਰਦੇ ਨੇ ਨਾ ਹਰੇਕ ਨੂੰ, ਇਹ ਤਾਂ ਉਸ ਮਾਲਕ ਨੇ ਮੇਰੀ ਸੇਵਾ ਚਲਾਤੇ। ਕਹਿੰਦੇ ਲੈ ਵੀ ਪੰਜੇ ਤੇਰੀ ਸੇਵਾ ਚ ਲੈਣਗੇ ਨਾ, ਤੂੰ ਕੰਮ ਲਈ ਚੱਲੀ, ਇਹ ਤੈਨੂੰ ਤੰਗ ਨਹੀਂ ਕਰਨਗੇ। ਬੋਲੋ ਸਤਨਾਮ। ਹੁੰਦਾ ਨਾ ਫੈਸਲਾ। ਬੋਲੋ ਸਗਲ ਦੂਤ ਮੇਰੀ ਸੇਵਾ ਲਾਏ,
ਤੂੰ ਠਾਕਰੇ ਗ੍ਰਹਿ ਸਭ ਤੇਰਾ, ਫੈਸਲਾ ਕਰਤਾ ਮਾਲਕ ਨੇ ਵੀ ਤੂੰ ਮਾਲਕ ਹੈ, ਇਹ ਘਰ ਤੇਰਾ, ਇਹ ਤੇਰੇ ਕਾਬੂ ਵਿੱਚ ਰਹਿਣਗੇ ਪੰਜੇ। ਤੂੰ ਠਾਕਰੇ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਵੇਰਾ। ਆ ਮਾਲਕ ਨੇ ਨਵੇੜਾ ਕਰਤਾ। ਜਦੋਂ ਹੁੰਦੇ ਆ ਵਸ ਜਿਹਨਾਂ ਦੇ ਉਹ ਜਾਣਦੇ ਆ। ਸੋਚੋ ਜਰਾ, ਇਸ ਕਰਕੇ ਜਦੋਂ ਬੇਨਤੀ ਕਰਾਂਗੇ ਨਾ, ਉਹ ਬਖਸ਼ਿਸ਼ ਕਰਦਾ ਹੈ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਉ ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਬਾਣੀ ਹਜ਼ੂਰੀ ਚ ਪੜ੍ਹਨੀ ਹੁੰਦੀ ਹੈ ਮਾਲਕ ਦੀ ਬਾਣੀ ਹੈ। ਜਦੋਂ ਬੋਲ ਰਹੇ ਕਿਸ ਭਾਵ ਚ ਵੀ ਮਾਲਕ ਜੀ ਹਾਜ਼ਰ ਹੈ, ਦੇਖ ਰਹੇ ਆ, ਸੁਣ ਰਹੇ ਹੈ, ਉਹਨਾਂ ਨੂੰ ਬੇਨਤੀ ਕਰ ਰਹੇ ਹੈ। ਗੈਰ ਹਾਜ਼ਰੀ ਚ ਪੜ੍ਹੀ ਜਾਂਦੀ ਹੈ ਦੁਨੀਆ ਬਾਣੀ। ਤਾਂ ਹੀ ਤਾਂ ਗੱਲ ਨਹੀਂ ਬਣਦੀ, ਨੰਬਰ ਤਾਂ ਰਲਦਾ ਨਹੀਂਗਾ, ਸੁਰਤ ਕਿਤੇ ਫਿਰਦੀ ਹੈ, ਜੀ ਬੋਲੀ ਜਾਂਦੀ ਹੈ। ਜੋ ਕਹਾਂਗੇ ਨਾ ਰਾਖ ਪਿਤਾ ਪ੍ਰਭ ਮੇਰੇ ਕੋਲ ਹੀ ਹੈ, ਉਹ ਸੁਣ ਰਿਹਾ, ਕਹੀ ਜਾਂਦੀ ਹੈ। ਇਹ ਤਾਂ ਨਹੀਂ ਸੱਤਵੇਂ ਕਾਸ਼ ਤੇ ਬੈਠਾ, ਕਿਤੇ ਸੱਤਵੇਂ ਕਾਸ਼ ਤੇ ਨਹੀਂ ਬੈਠਾ, ਕਿਸੇ ਪਤਾਲ ਚ ਨਹੀਂ ਵੜਿਆ, ਉਹ ਕਿਸੇ ਖੀਰ ਸਮੁੰਦਰ ਵਿੱਚ ਨਹੀਂ ਰਹਿੰਦਾ, ਉਹ ਕਿਸੇ ਆਕਾਸ਼ ਦੇ ਸੁਰਗ ਚ ਨਹੀਂ ਰਹਿੰਦਾ। ਉਹ ਤਾਂ ਹਰ ਵੇਲੇ ਹਰ ਥਾਂ ਹਾਜ਼ਰ ਹੈ। ਮੇਰਾ ਮਾਲਕ ਮੇਰੇ ਕੋਲ ਹੈ, ਤੇ ਉਸ ਕੋਲ ਵਾਲੇ ਮਾਲਕ ਨੂੰ ਕਹਿ ਰਹੇ ਉਹਦੀ ਬਾਣੀ ਰਾਹੀਂ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਬਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੇ ਯਾਰ ਬਹੁਤ ਸੰਤਾਵਹਿ, ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਣਕ ਬਹੁ ਭਾਂਤੀ, ਛੋਡੇ ਕਤ ਹੋ ਨਾਹੀ। ਏਕ ਬਾਤ ਸੁਣ ਤਾਕੀ, ਓਟਾ ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹਿ, ਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹਿ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਜੀਤ ਲੀਏ ਓਏ ਮਹਾ ਵਿਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਵਾਣੀ। ਚਲੋ ਹੁਣ ਇਹ ਪੰਜਾਂ ਭੂਤਾਂ ਦੀ ਸਮਝ ਆ ਗਈ, ਇਹ ਸਮਝ ਲਓ। ਅੱਗੇ ਆ ਜੋ ਹੋਰ ਭੂਤ ਦੱਸਾਂ। ਗੁਰਬਾਣੀ ਚ ਲਿਖਿਆ ਹੈ, ਕਬੀਰ ਜਿਹ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀ। ਤਿਹ ਘਰ ਮਰਹਟ ਸਾਰਖੇ, ਭੂਤ ਵਸੇ ਤਿਨ ਮਾਹੀ। ਜਿਹੜੇ ਘਰ ਵਿੱਚ ਸਾਧੂ ਸਤਿਗੁਰ ਦੀ ਮੱਤ ਨਹੀਂ। ਸਾਡੇ ਲਈ ਕੌਣ ਹੈ ਸਾਧੂ ਸਤਿਗੁਰ। ਓੰ ਸਾਧ ਸਤਿਗੁਰ ਨਮਸਕਾਰ। ਬਾਣੀ ਦੇ ਅਰਥ ਬਾਣੀ ਤੋਂ ਸਮਝਣੇ, ਅਸੀਂ ਨਹੀਂ ਹੋਰ ਕਿਸੇ ਸਾਧ ਨੂੰ ਜਾਣਦੇ। ਓੰ ਸਾਧ ਸਤਿਗੁਰ ਨਮਸਕਾਰ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਸੁਣਤ ਕਮਾਵਤ ਹੋਤ ਉਧਾਰ, ਆਪ ਕਰੈ ਲੋਕਹਿ ਨਿਸਤਾਰ। ਇਹ ਸਾਧੂ ਸਤਿਗੁਰ ਦੇ ਮੋਲ ਕੋ ਜਿਨ੍ਹਾਂ ਨੇ ਤਾਰਨਾ ਹੈ। ਹੋਰ ਪ੍ਰਮਾਣ ਲੈ ਲਓ, ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਲਾਇਓ ਗੁਰ ਸਾਧੂ। ਕਿਹੜਾ ਸਾਧੂ? ਗੁਰ ਸਾਧੂ। ਮਿਲ ਸਾਧੂ ਕਪਟ ਖੁਲਾਨਾ। ਸਿੱਧ ਹੋ ਗਿਆ ਜੀ, ਜਿਹੜੇ ਘਰ ਚ ਗੁਰੂ ਦੀ ਮੱਤ ਨਹੀਂ। ਇੱਥੇ ਸਾਧ ਲਫ਼ਜ਼ ਦਾ ਅਰਥ ਬਣ ਗਿਆ ਗੁਰੂ ਦੀ ਮੱਤ ਨਹੀਂ ਜਿਹੜੇ ਘਰ ਵਿੱਚ। ਕਬੀਰ ਜਿਹੇ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀਂ। ਹਰੀ ਦੀ ਸੇਵਾ, ਹਰੀ ਦਾ ਸਿਮਰਨ ਨਹੀਂ ਜਿਹੜੇ ਘਰ ਵਿੱਚ। ਤੇ ਘਰ ਮਰਹਟ ਸਾਰਖੇ, ਉਹ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਹੈ। ਭੂਤ ਵਸਹਿ ਤਿਨ ਮਾਹੇ, ਉਸ ਘਰ ਵਿੱਚ ਸਾਰਾ ਟੱਬਰ ਮਾਨੋ ਭੂਤ ਹੀ ਵਸਦੇ ਹੈ। ਬੋਲੋ ਸਤਨਾਮ। ਸਾਰਾ ਟੱਬਰ ਭੂਤਾਂ ਦਾ ਹੈ। ਜਿਹੜੇ ਘਰ ਚ ਗੁਰੂ ਦੀ ਮੱਤ ਨਹੀਂ, ਪਰਮਾਤਮਾ ਦੀ ਯਾਦ ਨਹੀਂ, ਸਾਰਾ ਟੱਬਰ ਹੀ ਭੂਤਾਂ ਦਾ ਹੈ। ਲੱਗਾ ਪਤਾ ਭੂਤ ਕੌਣ ਹੁੰਦੇ ਆ? ਹੋਰ ਪ੍ਰਮਾਣ ਲੈ ਲੋ, ਦੁੰਦਰ ਦੂਤ ਭੂਤ ਪੀਹਾਲੇ, ਖਿੱਚੋ ਤਾਣ ਕਰਹਿ ਬੇਤਾਲੇ। ਜਿਹੜੇ ਸ਼ਾਮ ਨੂੰ ਦੁੰਦਰ ਦੂਤ ਹੋ ਕੇ, ਭੂਤ ਬਣ ਕੇ, ਪੀਹਾਲੇ ਡਰਾਉਣੀਆਂ ਸ਼ਕਲਾਂ ਬਣਾ ਕੇ ਨਸ਼ਈ ਹੋ ਕੇ ਘਰੇ ਆਉਂਦੇ ਐ। ਖਿੱਚੋ ਤਾਣ ਕਰੇ, ਆ ਕੇ ਘਰੇ ਖਿੱਚੋ ਤਾਣ ਕਰਦੇ ਐ, ਪਰਿਵਾਰ ਨੂੰ, ਬੱਚਿਆਂ ਨੂੰ ਰੋਬ ਮਾਰਦੇ ਐ। ਖਿੱਚੋ ਤਾਣ ਕਰੇ ਬੇਤਾਲੇ, ਕਹਿੰਦੇ ਉਹ ਭੂਤ ਨਹੀਂ ਹੁੰਦੇ ਐ, ਬੇਤਾਲੇ ਦਾ ਭੂਤ ਨਹੀਂ। ਉਹ ਭੂਤ ਨੇ, ਮਨੁੱਖ ਨੇ, ਜਿਹੜੇ ਨਸ਼ਈ ਹੋ ਕੇ ਡਰਾਉਣੀ ਸ਼ਕਲ ਬਣਾ ਕੇ ਘਰੇ ਤੇ ਆ ਕੇ ਰੋਬ ਮਾਰਦੇ ਆ ਜਵਾਕਾਂ ਨੂੰ। ਭੂਤ ਨੇ। ਸੁਣੀ ਚਲੋ ਜੀ, ਭੂਤ ਕੀ ਹੈ? ਫਿਰ ਅੱਗੇ ਲੈ ਲੋ, ਕਰਤ ਬੁਰਾਈ ਮਾਨੁਖ ਤੇ ਛਪਾਈ, ਸਾਖੀ ਭੂਤ ਪਵਾਨ। ਜਦੋਂ ਕੋਈ ਬੁਰਾ ਕੰਮ ਕਰਕੇ ਲੋਕਾਂ ਤੋਂ ਭਾਵੇਂ ਲੁਕੋ ਲਵੇ, ਪਰ ਉਹ ਬੁਰਾਈ ਆਪਣੇ ਆਪ ਨੂੰ ਭੂਤ ਬਣ ਕੇ ਜੁਬੜ ਜਾਂਦੀ ਹੈ। ਹਰ ਬੁਰਾ ਕੰਮ ਕਰਨ ਤੋਂ ਬਾਅਦ ਕਿਸੇ ਚਸਕੇ ਚ ਮਾੜਾ ਕੰਮ ਤਾਂ ਕਰ ਲਿਆ, ਪਰ ਬਾਅਦ ਵਿੱਚ ਉਹ ਬੁਰਾਈ ਆਪਣੇ ਆਪ ਨੂੰ ਡਰਾਉਂਦੀ ਰਹਿੰਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੀ ਬੁਰਾਈ ਤੁਹਾਨੂੰ ਭੂਤ ਬਣ ਕੇ ਚੁੰਬੜ ਜਾਂਦੀ ਹੈ। ਤੇ ਜਦੋਂ ਬੁਰਾ ਕੰਮ ਕਰ ਲਿਆ ਨਾ, ਉਲਟਾ ਕਰ ਲਿਆ। ਕਈ ਵਾਰੀ ਡਰ ਜ਼ਿਆਦਾ ਵੀ ਪੈਦਾ ਹੋ ਜਾਂਦਾ, ਕੋਈ ਭੈੜੀ ਕਰਤੂਤ ਕੀਤੀ। ਫਿਰ ਕਈ ਵਾਰ ਨਾ ਜ਼ਿਆਦਾ ਡਰ ਪੈਦਾ ਹੋ ਜੇ, ਓਵਰਫਲੋ ਹੋ ਜਾਂਦਾ। ਓਵਰਫਲੋ ਸਮਝ ਕੇ ਉੱਤੋਂ ਡੋਲਣ ਲੱਗ ਜਾਂਦਾ ਸਿੱਧਾ। ਪਹਿਲਾਂ ਜਿਵੇਂ ਭਾਂਡਾ ਹੁੰਦਾ ਹੈ ਨਾ, ਉਹਦੀ ਕੋਈ ਕਪੈਸਿਟੀ ਹੁੰਦੀ ਹੈ ਨਾ, ਵੀ ਇੰਨੀ ਚੀਜ਼ ਭਾਂਡੇ 'ਚ ਪੈ ਸਕਦੀ ਹੈ।
ਜ਼ਿਆਦਾ ਪਈ ਜਾਵੇ ਤਾਂ ਡੁੱਲਣ ਲੱਗ ਜੂ ਭਾਂਡਾ। ਇਵੇਂ ਦਾ ਸਾਡਾ ਅਚੇਤ ਹੈ ਨਾ, ਇਹ ਕਿਸੇ ਹੱਦ ਤੱਕ ਡਰ ਨੂੰ ਸੰਭਾਲ ਕੇ ਰੱਖ ਸਕਦਾ ਹੈ, ਕਿਸੇ ਹੱਦ ਤੱਕ ਉਹਦੀ ਵੀ ਕੈਪੈਸਿਟੀ ਹੈ। ਇੰਨਾ ਜ਼ਿਆਦਾ ਡਰ ਪੈਦਾ ਹੋ ਗਿਆ ਅੰਦਰ ਕਿ ਅਚੇਤ ਓਵਰਫਲੋ ਹੋ ਗਿਆ, ਡੁੱਲਣ ਲੱਗ ਗਿਆ। ਕੀ ਹੋਇਆ ਫਿਰ ਓਵਰਫਲੋ ਹੋ ਗਿਆ ਜਦੋਂ? ਕਰਕੇ ਦੱਸਾਂ ਨਾ ਫਿਰ ਕਿਵੇਂ। ਹੋ ਡੰਗ ਵਾਲੇ ਆ ਗਏ, ਹੋ ਪੁਲਿਸ ਵਾਲੇ, ਹੋ ਮੈਨੂੰ ਮਾਰਨਗੇ, ਹੋ ਛੁਡਾ ਦਿਓ, ਬੜਾ ਕੁਝ ਜਿਹਾ ਕਰਦਾ। ਅਸੀਂ ਸੋਚਦੇ ਹਾਂ ਸ਼ਾਇਦ ਕੋਈ ਭੂਤ ਪ੍ਰੇਤ ਚੁੰਬੜਾ, ਸ਼ਾਇਦ ਕੋਈ ਨਹੀਂ ਬੋਲਦੀ। ਭੈੜੀ ਕਰਤੂਤ ਕੀਤੀ ਹੈ, ਡਰ ਜ਼ਬਾਨ ਚੜ ਕੇ ਬੋਲਦਾ। ਬੋਲੋ ਸਤਨਾਮ। ਭੈੜੀ ਇਹਦੀ ਬੁਰਾਈ ਬੋਲਦੀ ਹੈ। ਜੋ ਕਰਤੂਤ ਭੈੜੀ, ਹੁਣ ਡਾਂਗਾਂ ਵਾਲੀ ਦਿਸਣਗੇ, ਹੋਰ ਕੀ ਦਿਸੂ? ਹੁਣ ਪੁਲਿਸ ਵਾਲੀ ਦਿਸਣੇ, ਡਾਂਗਾਂ ਵਾਲੀ ਦਿਸਣੇ, ਹੋਰ ਕੀ ਦਿਸੂਗਾ ਹੁਣ? ਹੋਰ ਕੀ ਦਿਸੂਗਾ ਹੁਣ ਤੈਨੂੰ? ਇਹ ਆਪਣੀ ਬੁਰਾਈ ਹੈ, ਯਾਦ ਰੱਖਿਓ। ਕਿਸੇ ਦੀ ਬੁਰਾਈ ਹੁੰਦੀ ਹੈ, ਜ਼ਬਾਨ ਚੜ ਚੜ ਬੋਲਦੀ ਹੈ ਬੁਰਾਈ। ਆਪਣੀ ਬੁਰਾਈ ਆਪਾਂ ਨੂੰ ਭੂਤ ਬਣ ਕੇ ਚੁੰਬੜਦੀ ਹੈ, ਹੋਰ ਕਿਸੇ ਨੂੰ ਕੋਈ ਭੂਤ ਪ੍ਰੇਤ ਨੂੰ ਚੁੰਬੜਦਾ। ਜਿਹੜੇ ਕਹਿੰਦੇ ਚੁੰਬੜਦਾ ਤਾਂ ਚਮੇੜੋ ਮੈਨੂੰ, ਬੜਭਾਗਵਾਂ ਨੂੰ ਕਹੋ ਪੰਥਪ੍ਰੀਤ ਸਿੰਘ ਨੂੰ ਚਮੇੜੋ। ਭੂਤ ਕਿਹੜੇ ਆ ਤੁਹਾਡੇ ਕੋਲੇ? ਲੁੱਟ ਕੇ ਸਾਰੀ ਦੁਨੀਆ ਇਹਨਾਂ ਚੇਲੇ ਚਾਟੜਿਆਂ ਨੇ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਿਓ। ਹੁਣ ਲੱਗ ਗਿਆ ਪਤਾ, ਬਾਣੀ ਚੋਂ ਸਾਰੇ ਅਰਥ ਦੱਸਿਆ ਤੁਹਾਨੂੰ ਕੀ ਹੈ। ਹੋਰ ਲੈ ਲਓ ਪ੍ਰਮਾਣ। ਕਹਿੰਦੇ ਹਰ ਭਗਤ ਭਾਵਹੀਨ ਨਾਨਕ ਪ੍ਰਭ ਵਿਸਰਤ ਤੇ ਪ੍ਰੇਤਤ ਹੈ। ਕਹਿੰਦੇ ਜਿਹੜਾ ਭਗਤੀ ਭਾਵ ਤੋਂ ਹੀ ਨਾ ਪ੍ਰਮਾਤਮਾ ਨੂੰ ਭੁੱਲਿਆ ਹੋਇਆ, ਉਹਦੇ ਸਾਰੇ ਕੰਮ ਹੀ ਪ੍ਰੇਤਾਂ ਵਾਲੇ ਆ। ਪ੍ਰੇਤਤ ਹੈ ਦਾ ਮਤਲਬ ਉਹਦੇ ਜੀਵਨ ਚ ਸਾਰੀ ਪ੍ਰੇਤ ਪਾਈ ਹੈ। ਜਿਹੜਾ ਰੱਬ ਨੂੰ ਭੁੱਲਿਆ ਭਗਤੀ ਭਾਵ ਤੋਂ ਹੀ ਨਾ, ਕੰਮ ਹੀ ਪ੍ਰੇਤਾਂ ਵਾਲੇ ਆ। ਇਹਨੇ ਪ੍ਰਮਾਣ ਤਾਂ ਬਹੁਤ ਹੋ ਗਏ। ਕਿਤੇ ਲਿਖਿਆ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿੰਨਾ ਦਾ ਸਿਕਦਾਰ। ਸਾਰਾ ਟੱਬਰੀ ਜਨੂਰੇ ਜਨੂਰੀਆਂ ਦਾ ਹੈ। ਜੇ ਟੁੱਟੇ ਨੇ ਰੱਬ ਨਾਲੋਂ। ਕਹਿੰਦੇ ਘਰ ਦਾ ਮੁਖੀ ਜਿੰਨ, ਉਹਦੇ ਘਰ ਵਾਲੀ ਜਿੰਨਣੀ, ਉਹਦੇ ਪੁੱਤ ਧੀਆਂ ਜਨੂਰੇ ਤੇ ਜਨੂਰੀਆਂ। ਬੋਲੋ ਸਤਨਾਮ।